भूले मार्ग जिन्हें बताया, भूले मार्ग जिन्हें बताया, ऐसा गुरु वडभागी पाया, ऐसा गुरु वडभागी पाया। भूले मार्ग जिन्हें बताया, भूले मार्ग जिन्हें बताया, ऐसा गुरु वडभागी पाया, ऐसा गुरु वडभागी पाया। सिमर मना राम नाम चितारे, सिमर मना राम नाम चितारे, बस रहे हृदय गुरु चरण प्यारे, बस रहे हृदय गुरु चरण प्यारे, बस रहे हृदय गुरु चरण प्यारे। भूले मार्ग जिन्हें बताया, भूले मार्ग जिन्हें बताया, ऐसा गुरु वडभागी पाया, ऐसा गुरु वडभागी पाया। काम क्रोध लोभ मोह मन लीना, काम क्रोध लोभ मोह मन लीना, बंधन काट मुकत गुर कीना, बंधन काट मुकत सिमर मना राम नाम चितारे, बस रहे हृदय गुर चरण प्यारे, बस रहे हृदय गुर चरण प्यारे। भूले मार्ग जिन्हें बताया, ऐसा गुरु वडभागी पाया। भूले मार्ग जिन्हें बताया, ऐसा गुरु वडभागी पाया। दुख सुख करत जन्म पुन, चरण कमल गुर आश्रम दिया, चरण कमल गुर आश्रम दिया। सिमर मना राम नाम चितारे, बस रहे हृदय गुर चरण प्यारे, बस रहे हृदय गुर चरण प्यारे। भूले मार्ग जिन्हें बताया, ऐसा गुरु वडभागी पाया। भूले जिन्हें बताया, ऐसा गुरु
ਵੱਡ ਭਾਗੀ ਪਾਇਆ। ਅਗਨ ਸਾਗਰ ਬੂਡਤ ਸੰਸਾਰਾ, ਨਾਨਕ ਬਾਪ ਕਰ ਸਤਿਗੁਰ ਨਿਸਤਾਰਾ। ਅਗਨ ਸਾਗਰ ਬੂਡਤ ਸੰਸਾਰਾ, ਨਾਨਕ ਬਾਪ ਕਰ ਸਤਿਗੁਰ ਨਿਸਤਾਰਾ। ਨਾਨਕ ਬਾਪ ਕਰ ਸਤਿਗੁਰ ਨਿਸਤਾਰਾ। ਭੁਲੇ ਮਾਰਗ ਜਿਨ੍ਹੈ ਬਤਾਇਆ, ਐਸਾ ਗੁਰ ਵੱਡ ਭਾਗੀ। ਭੁਲੇ ਮਾਰਗ ਜਿਨ੍ਹੈ ਬਤਾਇਆ, ਐਸਾ ਗੁਰ ਵੱਡ ਭਾਗੀ। ਸਿਮਰ ਮਨਾ ਰਾਮ ਨਾਮ, ਬਸ ਰਹੇ ਹਿਰਦੈ ਗੁਰ ਚਰਨ। ਬਸ ਰਹੇ ਹਿਰਦੈ ਗੁਰ ਚਰਨ ਪਿਆਰੇ। ਲੈ ਮਾਰਗ ਜਿਨ੍ਹੈ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਐਸਾ ਗੁਰ ਵੱਡ ਭਾਗੀ ਪਾਇਆ। ਐਸਾ ਗੁਰ ਵੱਡ ਭਾਗੀ ਪਾਇਆ। ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹੇ ਹਿਰਦੈ ਗੁਰ ਚਰਨ ਪਿਆਰੇ। ਰਹਾਉ। ਪਿਆਰੀ ਸਾਧ ਸੰਗਤ ਜੀ, ਅਸੀਂ ਅੱਜ ਦਾ ਜਿਹੜਾ ਸ਼ਬਦ ਗਾਇਨ ਕੀਤਾ, ਸ਼ਬਦ ਦਾ ਸਿਰਲੇਖ ਹੈ ਬਿਲਾਵਲ ਮਹਿਲਾ ਪੰਜਵਾਂ, ਗੁਰੂ ਗ੍ਰੰਥ ਸਾਹਿਬ ਦੇ 803 ਭਾਵ 803 ਤੇ ਇਹ ਸ਼ਬਦ ਅੰਕਿਤ ਹੈ। ਸ਼ਬਦ ਬਹੁਤ ਪ੍ਰਚਲਿਤ ਹੈ ਇਸ ਪੰਕਤੀ ਤੋਂ, ਭੂਲੇ ਮਾਰਗ ਜਿਨ੍ਹੈ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਇੱਕ ਤਾਂ ਇਸ ਸ਼ਬਦ ਦਾ ਰਹਾਉ ਸਾਨੂੰ ਪਹਿਲਾਂ ਵਿਚਾਰਨਾ ਪਏਗਾ। ਦੂਜੀ ਗੱਲ, ਜਦੋਂ ਅਸੀਂ ਵੱਡ ਭਾਗੀ ਉਚਾਰਨ ਕਰਦੇ ਹਾਂ ਤਾਂ ਗੀ ਨੂੰ ਬਿੰਦੀ ਨਹੀਂ ਲਾਉਂਦੇ ਹਾਂ, ਪਰ ਜਦੋਂ ਅਸੀਂ ਬਾਣੀ ਨੂੰ ਪੜ੍ਹਦੇ ਹਾਂ ਤਾਂ ਵਿਚਾਰ ਕਰਨ ਤੋਂ ਬਾਅਦ ਸਮਝ ਆਉਂਦੀ ਹੈ ਕਿ ਗ੍ਰਾਮਰ ਅਨੁਸਾਰ ਵੀ ਅਸੀਂ ਇਸ ਦਾ ਉਚਾਰਨ ਕਰਨਾ ਹੈ ਵੱਡ ਭਾਗੀ, ਗੱਗੇ ਦੀ ਬਿਆਰੀ ਦੇ ਨਾਲ ਬਿੰਦੀ ਲਾ ਕੇ ਉਚਾਰਨ ਕਰਨਾ ਹੈ, ਵੱਡੇ ਭਾਗਾਂ ਦਾ ਸਦਕਾ। ਵੱਡ ਭਾਗੀ ਪਾਇਆ, ਵੱਡੇ ਭਾਗਾਂ ਦੇ ਨਾਲ ਪਾਇਆ। ਸਿਮਰ ਮਨਾ ਰਾਮ ਨਾਮ ਚਿਤਾਰੇ, ਓਏ ਮੇਰੇ ਮਨ ਰਾਮ ਨਾਮ ਨੂੰ ਚਿਤਾਰਨਾ ਹੈ। ਰਾਮ ਨਾਮ ਨੂੰ ਚਿਤਾਰਨਾ ਮੀਨਸ ਸੱਚ ਦੇ ਮਾਰਗ ਨੂੰ ਚਿਤਾਰਨਾ ਹੈ। ਸੱਚ ਦਾ ਮਾਰਗ ਕੌਣ ਸਮਝਾਉਂਦਾ ਹੈ? ਸਤਿਗੁਰ। ਇਸ ਕਰਕੇ ਸਤਿਗੁਰ ਨੂੰ ਚਿਤਾਰਨਾ ਹੈ। ਭਾਵ ਕੀ ਨਿਕਲਿਆ? ਰੱਬ ਮਤਲਬ ਜਿਸ ਦਾ ਰਸਤਾ ਸਿੱਧਾ ਹੈ, ਭੁੱਲਣ ਵਾਲਾ ਨਹੀਂ ਹੈ, ਭੁੱਲ ਸਕਦੇ ਹੀ ਨਹੀਂ ਆ। ਅਸੀਂ ਆਪਣੀ ਅਗਿਆਨਤਾ ਵਸ ਭੁੱਲਦੇ ਹਾਂ, ਇਹ ਗੱਲ ਹੋਰ ਹੈ, ਪਰ ਰੱਬ ਦਾ ਰਸਤਾ ਨਹੀਂ ਭੁੱਲ ਸਕਦੇ ਹਾਂ। ਕਿਉਂ? ਕਿਉਂਕਿ ਉਹ 1 ਇੰਚ ਵੀ ਟੁਰਨਾ ਹੀ ਨਹੀਂ ਹੈ। ਰੱਬ ਜੀ ਸਾਡੇ ਅੰਦਰ ਵਸਦੇ ਨੇ, ਕੋਈ ਸਾਨੂੰ ਡਿਸਟੈਂਸ ਕਵਰ ਕਰਨਾ ਹੀ ਨਹੀਂ ਹੈ। ਸੋ ਰੱਬ ਜੀ ਦਾ ਰਸਤਾ ਭੁੱਲਣ ਵਾਲਾ ਨਹੀਂ ਹੈ। ਜਦੋਂ ਕਦੇ ਅਸੀਂ ਕਿਸੇ ਦੇ ਨਾਲ ਕਿਸੇ ਵੀ ਗੱਲ ਉੱਤੇ ਕੁਛ ਵੀ ਕਿਸਮ ਦਾ ਝੂਠ ਬੋਲਦੇ ਹਾਂ ਤੇ ਸਾਨੂੰ ਉਹ ਯਾਦ ਰੱਖਣਾ ਪੈਂਦਾ ਹੈ, ਪਰ ਜੇ ਅਸੀਂ ਸੱਚ ਬੋਲੀਏ ਤਾਂ ਸੱਚ ਯਾਦ ਨਹੀਂ ਰੱਖਣਾ ਪੈਂਦਾ। ਮੀਨਸ ਸੱਚ ਭੁੱਲਦਾ ਵੀ ਨਹੀਂ ਹੈ। ਸਾਨੂੰ ਜਦੋਂ ਕਦੇ ਕੋਈ ਮਨੁੱਖ ਕੋਈ ਗੱਲ ਪੁੱਛਦਾ ਹੈ, ਜਦੋਂ ਅਸੀਂ ਕੋਈ ਗਲਤੀ ਕੀਤੀ ਹੈ, ਤਾਂ ਅਸੀਂ ਜਿਹੜਾ ਬਹਾਨਾ ਮਾਰਦੇ ਹਾਂ, ਉਹ ਬਹਾਨਾ ਸਾਨੂੰ ਕੁਛ ਚਿਰ ਬਾਅਦ ਭੁੱਲ ਵੀ ਜਾਂਦਾ ਹੈ। ਕਈ ਵਾਰੀ ਅਸੀਂ ਕਹਿ ਰਹੇ ਹੁੰਦੇ ਹਾਂ ਮੇਰੇ ਨਾਨਾ ਜੀ ਨੇ ਬੁਲਾਇਆ ਸੀ, ਕਦੇ ਕਹਿੰਦੇ ਆ ਚਾਚਾ ਨੇ ਬੁਲਾਇਆ ਸੀ, ਕਦੀ ਕੋਈ ਬਹਾਨਾ ਮਾਰਦੇ ਹਾਂ, ਕਦੀ ਕੋਈ ਬਹਾਨਾ ਮਾਰਦੇ ਹਾਂ, ਪਰ ਜੇ 2 ਸਾਲਾਂ ਬਾਅਦ ਜਾਂ 5 ਸਾਲਾਂ ਬਾਅਦ ਉਹ ਗੱਲ ਰਿਪੀਟ ਕੀਤੀ ਜਾਏ,
ਜੇ ਮੈਂ ਕਹਿ ਦਿਆਂ ਫਲਾਣੇ ਨੇ ਮੇਰੇ ਕੋਲ 75 ਲੱਖ ਲਏ ਸੀ, ਹੋ ਸਕਦਾ 70 ਲੱਖ ਲਏ ਹੋਣ, ਪਰ ਸਾਨੂੰ ਉਹ ਝੂਠ ਜਿਹੜਾ ਵਧਾ ਚੜ੍ਹਾ ਕੇ ਐਗਜ਼ੈਜਰੇਟ ਕੀਤਾ ਹੁੰਦਾ ਹੈ, ਉਹ ਯਾਦ ਰੱਖਣਾ ਪੈਂਦਾ ਹੈ। ਭੁੱਲ ਦਾ ਝੂਠ ਹੈ, ਭੁੱਲ ਦੇ ਅਗਿਆਨਤਾ ਵਾਸਾਂ। ਸੱਚ ਨੂੰ ਯਾਦ ਨਹੀਂ ਰੱਖਣਾ ਪੈਂਦਾ, ਸੱਚ ਯਾਦ ਹੀ ਰਹਿੰਦਾ ਹੈ। ਸੱਚ ਦਾ ਮਾਰਗ ਡਿੰਗਾ ਟੇਢਾ ਨਹੀਂ ਹੈ, ਸੱਚ ਦਾ ਮਾਰਗ ਸਾਨੂੰ ਹਮੇਸ਼ਾ ਸਿੱਧੇ ਰਸਤੇ 'ਤੇ ਟੋਰਦਾ ਹੈ, ਔਰ ਸੱਚ ਦੇ ਮਾਰਗ ਦੇ ਨਾਲ ਸ਼ੋਰ ਸ਼ਾਟ, ਜਿਸ ਨੂੰ ਸਰ ਪਰ ਕਹਿੰਦੇ ਨੇ, ਪੱਕਾ ਨਿਸ਼ਚਾ ਕਰਕੇ ਸਾਨੂੰ ਸੁੱਖ ਹੀ ਦਿੰਦਾ ਹੈ। ਚਿੰਤਾ ਫਿਕਰ ਤੌਖਲਾ ਡਰ ਨਹੀਂ ਦਿੰਦਾ ਹੈ। ਸੋ ਸਿਮਰ ਮਨਾ ਰਾਮ ਨਾਮ ਚਿਤਾਰੇ। ਰਾਮ ਨਾਮ ਚਿਤਾਰੇ ਮੀਨਸ ਜੋ ਸੱਚ ਦਾ ਮਾਰਗ ਦੱਸਿਆ ਗਿਆ ਉਸ ਨੂੰ ਦ੍ਰਿੜ ਕਰੀ ਰੱਖ ਮੇਰੇ ਮਨ। ਇਹ ਬੜੀ ਉੱਚੀ ਅਵਸਥਾ ਦੀ ਗੱਲ ਚੱਲ ਰਹੀ ਹੈ, ਜਿਸ ਅਵਸਥਾ 'ਚ ਭੁੱਲੇ ਮਾਰਗ ਤੋਂ ਸਿੱਧੇ ਮਾਰਗ ਪੈ ਚੁੱਕੇ ਹਾਂ। ਕਿਉਂਕਿ ਵਡਭਾਗੀ 'ਚੋਂ ਸਾਰੀ ਇਹ ਗੱਲ ਸਮਝ ਆਏਗੀ ਕਿ ਅਸੀਂ ਭੁੱਲੇ ਮਾਰਗ ਤੋਂ ਸਿੱਧੇ ਰਾਹ ਪੈ ਜਾਵਾਂਗੇ, ਅਰਥ ਨਹੀਂ ਨੇ ਇਹਦੇ, ਪੈ ਚੁੱਕੇ ਹਾਂ। ਇਸ ਕਰਕੇ ਧੰਨਵਾਦ ਵਿੱਚ ਮਨ ਨੂੰ ਫਿਰ ਦ੍ਰਿੜ ਕਰਾਇਆ ਜਾ ਰਿਹਾ, ਮੇਰੇ ਮਨ ਤੂੰ ਹਮੇਸ਼ਾ ਯਾਦ ਰੱਖਣਾ ਹੈ, ਬਸ ਰਹੇ ਹਿਰਦੇ ਗੁਰਚਰਨ ਪਿਆਰੇ ਰਹਾਓ। ਮੈਂ ਸੁਖੀ ਹੋ ਗਿਆ ਹਾਂ ਕਿਉਂਕਿ ਮੈਨੂੰ ਜਿਹੜਾ ਮਾਰਗ ਦੱਸਿਆ ਗਿਆ ਸੀ ਉਹ ਮਾਰਗ ਨੇ ਮੈਨੂੰ ਸੁੱਖ ਦਿੱਤਾ, ਔਰ ਹੁਣ ਮੇਰੇ ਉਹ ਵਾਲਾ ਮਾਰਗ ਦੇ ਪਦ ਚਿੰਨ੍ਹ, ਫੁੱਟ ਸਟੈਪਸ ਮੇਰੇ ਹਿਰਦੇ 'ਚ ਵਸ ਗਏ ਨੇ। ਜਦੋਂ ਤੱਕ ਸਾਨੂੰ ਗੁਰੂ ਨਹੀਂ ਸਮਝ ਆਏਗਾ ਤਾਂ ਤੱਕ ਗੁਰੂ ਦੇ ਚਰਨ ਸਮਝ ਨਹੀਂ ਆਉਣਗੇ। ਗੁਰੂ ਦੇ ਚਰਨ ਸਮਝ ਨਹੀਂ ਆਉਣਗੇ, ਗੁਰੂ ਦਾ ਮਾਰਗ ਸਮਝ ਨਹੀਂ ਆਏਗਾ। ਗੁਰੂ ਦਾ ਮਾਰਗ ਸਮਝ ਨਹੀਂ ਆਏਗਾ, ਅਸੀਂ ਭੁੱਲੇ ਰਹਾਂਗੇ। ਸੋ ਅਸੀਂ ਪਹਿਲੀ ਗੱਲ ਦ੍ਰਿੜ ਕਰ ਲਈਏ, ਸਾਡੇ ਸਭ ਦੇ ਅੰਦਰ ਰੱਬ ਜੀ ਵਸਦੇ ਨੇ। ਦੂਜੀ ਗੱਲ, ਗੁਰਮਤਿ 'ਚ ਰੱਬ ਨੂੰ ਹੀ ਸਤਿਗੁਰ ਕਹਿੰਦੇ ਨੇ, ਗੁਰ ਪਰਮੇਸ਼ਰ ਏਕੋ ਜਾਨ ਕਹਿੰਦੇ ਨੇ। ਇਹਦਾ ਮਤਲਬ ਸਾਡੇ ਅੰਦਰ ਰੱਬ ਜੀ ਵਸਦੇ ਨੇ। ਸਾਡੇ ਅੰਦਰ ਰੱਬ ਜੀ ਦੀ ਜਿਹੜੀ ਆਵਾਜ਼ ਆਉਂਦੀ ਹੈ ਉਹ ਸਤਿਗੁਰ ਕੀ ਆਵਾਜ਼ ਹੁੰਦੀ ਹੈ। ਉਸ ਆਵਾਜ਼ ਨੂੰ ਤੁਰਕੀ ਬਾਣੀ ਕਹਿੰਦੇ ਨੇ, ਉਸ ਆਵਾਜ਼ ਨੂੰ ਗੁਰਮੁਖ ਨਾਦੰ ਕਹਿੰਦੇ ਨੇ, ਗੁਰਮੁਖ ਵੇਦੰ ਕਹਿੰਦੇ ਨੇ। ਗੁਰੂ ਦੇ ਮੁਖ ਤੋਂ, ਮੁਖ ਦੇ ਖੱਕੇ ਨੂੰ ਸਿਆਰੀ ਹੈ, ਗੁਰੂ ਦੇ ਮੁਖ ਤੋਂ ਨਿਕਲੀ ਹੋਈ ਆਵਾਜ਼ ਨੂੰ ਨਾਦ ਕਹਿੰਦੇ ਨੇ। ਕੋਈ ਸਿੱਧਾ ਜੋਗੀਆਂ ਵਾਲਾ, ਕੋਈ ਮਿਊਜ਼ਿਕ ਸੁਣਨ ਵਾਲੇ ਨਾਦ ਦੀ ਗੱਲ ਨਹੀਂ ਚੱਲ ਰਹੀ। ਗੁਰੂ ਦੀ ਗੱਲ ਨੂੰ ਨਿਰੰਤਰ ਸੁਣਦੇ ਰਹਿਣਾ ਮੀਨਸ ਉਸ ਨੂੰ ਫੋਲੋ ਕਰਦੇ ਰਹਿਣਾ, ਨਾਦ। ਗੁਰਮੁਖ ਵੇਦੰ, ਗੁਰੂ ਦੀ ਗੱਲ ਜਿਹੜੀ ਅੰਦਰੋਂ ਆਵਾਜ਼ ਸੁਣਾਈ ਦਿੰਦੀ ਹੈ ਉਸ ਨੂੰ ਵੇਦ ਕਹਿੰਦੇ ਨੇ। ਔਰ ਸਭ ਜਗ੍ਹਾ ਸੱਚ ਹੀ ਪ੍ਰੀਵੇਲ ਕਰਦਾ, ਗੁਰਮੁਖ ਰਿਹਾ ਸਮਾਈ। ਗੁਰਮੁਖ ਕਿਸੇ ਮਨੁੱਖ ਨੂੰ ਨਹੀਂ ਕਹਿੰਦੇ ਨੇ। ਜਦੋਂ ਅਸੀਂ ਬਾਣੀ ਨੂੰ ਖੋਜ ਕੇ ਪੜਾਂਗੇ ਪਤਾ ਲੱਗੇਗਾ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਮੁਖ ਦੇ ਖੱਕੇ ਨੂੰ ਸਿਆਰੀ ਹੈ, ਔਰ ਖੱਕੇ ਨੂੰ ਸਿਆਰੀ ਕਿਸੇ ਮਨੁੱਖ ਨੂੰ ਨਹੀਂ ਕਹਿੰਦੇ ਨੇ। ਫਲਾਣਾ ਬੰਦਾ ਬੜਾ ਮਨਮੁਖ ਹੈ, ਫਲਾਣਾ ਬੰਦਾ ਬੜਾ ਗੁਰਮੁਖ ਹੈ। ਕਿਸੇ ਮਨੁੱਖ ਨੂੰ ਐਜ਼ ਏ ਨਾਊਨ ਉਹਦੀ ਕੁਆਲਿਟੀ ਬਿਆਨ ਕਰਕੇ ਅਸੀਂ ਗੁਰਮੁਖ ਨਹੀਂ ਕਹਿ ਸਕਦੇ ਹਾਂ। ਬਾਣੀ ਵਿੱਚ ਗੁਰਮੁਖ ਦਾ ਮਤਲਬ ਹੈ ਗੁਰੂ ਦੇ ਮੁਖ ਤੋਂ ਨਿਕਲੀ ਹੋਈ ਬਾਤ, ਮੁਖ ਦੇ ਖੱਕੇ ਨੂੰ ਸਿਆਰੀ। ਤੁਸੀਂ ਘਰ ਜਾ ਕੇ ਬਾਣੀ ਨੂੰ ਖੋਜ ਕੇ ਪੜ੍ਹਨਾ। ਸੋ ਅਸੀਂ ਰਹਾਉ ਨੂੰ ਸਮਝ ਰਹੇ ਹਾਂ ਕਿ ਮੇਰੇ ਹਿਰਦੇ ਵਿੱਚ ਗੁਰੂ ਦੇ ਚਰਨ ਵਸ ਗਏ ਹਨ। ਕਿਉਂ? ਕਿਉਂਕਿ ਪਹਿਲੇ ਪਦ ਤੋਂ ਸ਼ੁਰੂ ਹੋਏਗਾ, ਜਿਸ ਨੇ ਮੈਨੂੰ ਭੁੱਲੇ ਤੋਂ ਸਿੱਧੇ ਮਾਰਗ ਪਾਇਆ। ਬਸ ਰਹੇ ਹਿਰਦੈ, ਮੇਰੇ ਹਿਰਦੇ ਵਿੱਚ ਹਮੇਸ਼ਾ ਵਾਸਤੇ ਵਸ ਗਏ ਨੇ। ਗੁਰਚਰਨ ਪਿਆਰੇ, ਗੁਰਚਰਨ ਪਿਆਰੇ, ਜੇ ਸਰੀਰਕ ਗੁਰੂ ਨਹੀਂ ਮੰਨਾਂਗੇ ਤਾਂ ਗੱਲ ਸਮਝ ਆਏਗੀ। ਸ਼ਬਦ ਗੁਰੂ ਨੂੰ ਕਹਿੰਦੇ ਨੇ। ਸ਼ਬਦ ਗੁਰੂ ਨਾਲ ਜਿਹੜੇ ਮੈਨੂੰ ਜ਼ਿੰਦਗੀ ਜੀਣ ਦੇ ਕਦਮ ਕਦਮ 'ਤੇ ਪਲ ਪਲ ਫੁੱਟ ਸਟੈਪਸ ਦੱਸੇ ਜਾਂਦੇ ਨੇ, ਕਦਮ ਕਦਮ 'ਤੇ ਗੁਰ ਤਰੀਕਾ, ਟੈਕਨੀਕ, ਮੈਥਡ ਸਮਝਾਏ ਜਾਂਦੇ ਨੇ, ਉਸ ਨੂੰ ਗੁਰ ਕੇ ਚਰਨ ਜੀ ਕਾ ਨਿਸਤਾਰਾ ਕਹਿੰਦੇ ਨੇ। ਉਹਨੂੰ ਮਾਈ ਚਰਨ ਗੁਰ ਮੀਠੇ ਕਹਿੰਦੇ ਨੇ, ਉਹਨੂੰ ਚਰਨ ਚਲੋ ਮਾਰਗ ਗੋਬਿੰਦ ਕਹਿੰਦੇ ਨੇ। ਸੋ ਸਤਿਗੁਰ ਸ਼ਬਦ ਗੁਰੂ ਹੁੰਦਾ, ਸਤਿਗੁਰ ਸਰੀਰ ਨਹੀਂ ਹੁੰਦਾ। ਸਤਿਗੁਰ ਰੱਬ ਜੀ ਹੁੰਦਾ, ਰੱਬ ਜੀ ਸਤਿਗੁਰ ਹੁੰਦੇ ਨੇ। ਨਾਨਕ ਪਾਰ ਬ੍ਰਹਮ ਗੁਰ ਭੇਦ ਨਾ ਪਾਈ ਦਾ ਮਤਲਬ ਇਹ ਨਹੀਂ ਹੁੰਦਾ ਅਸੀਂ ਸਭ ਨੇ ਆਪਣੇ ਆਪਣੇ ਇੱਕ ਸੰਤ ਜੀ, ਬਾਬਾ ਜੀ, ਬ੍ਰਹਮ ਗਿਆਨੀ ਜੀ, ਸਤਿਗੁਰ ਜੀ ਮਹਾਰਾਜ ਜੀ ਬਣਾਏ ਹੋਏ ਨੇ ਦੁਨੀਆ ਨੇ, ਤੇ ਰੱਬ ਜੀ ਔਰ ਉਹ ਵਾਲੇ ਸਤਿਗੁਰ 'ਚ ਕੋਈ ਫਰਕ ਨਹੀਂ ਹੈ। ਇਹ ਗੱਲ ਨਹੀਂ ਚੱਲ ਰਹੀ। ਨਾਨਕ ਪਾਰ ਬ੍ਰਹਮ ਗੁਰ ਭੇਦ ਨਾ ਪਾਈ ਦਾ ਮਤਲਬ ਹੁੰਦਾ ਹੈ ਰੱਬ ਔਰ ਗੁਰ ਮਤਲਬ ਇੱਕੋ ਗੱਲ ਹੈ। ਰੱਬ ਔਰ ਸਤਿਗੁਰ ਮੀਨਸ ਵਨ ਐਂਡ ਦਾ ਸੇਮ ਥਿੰਗ। ਸੋ ਗੁਰਮਤ ਦਾ ਕੌਨਸੈਪਟ ਹੈ ਰੱਬ ਮੀਨਸ ਸਤਿਗੁਰ, ਸਤਿਗੁਰ ਮੀਨਸ ਸੱਚ ਦਾ ਸੁਨੇਹਾ। ਸੱਚ ਦੇ ਸੁਨੇਹੇ ਦੇ ਜਿਹੜੇ ਪਦ ਚਿੰਨ੍ਹ ਹਨ ਉਹ ਮੈਨੂੰ ਯਾਦ ਰਹਿੰਦੇ ਹਨ।
ਤਾਂ ਮੈਂ ਸੁਖੀ ਰਹਿੰਦਾ ਹਾਂ, ਤਾਂ ਮੈਂ ਭੁੱਲਦਾ ਨਹੀਂ ਹਾਂ। ਬਸ ਰਹੇ ਹਿਰਦੈ ਗੁਰ ਚਰਨ ਪਿਆਰੇ। ਸੋ ਅਸੀਂ ਜਦੋਂ ਇਹ ਗੱਲਾਂ ਸਿੱਖ ਜਾਂਦੇ ਹਾਂ ਤਾਂ ਅਸੀਂ ਕਿਸੇ ਸੋ ਕਾਰਡ ਸੰਤ ਜੀ ਬਾਬਾ ਜੀ ਦੇ ਚਰਨਾਂ ਨੂੰ ਹੱਥ ਨਹੀਂ ਲਾਇਆ ਕਰਾਂਗੇ। ਕਿਉਂ? ਕਿਉਂਕਿ ਸਾਨੂੰ ਸ਼ਬਦ ਗੁਰੂ ਦੇ ਪਦ ਚਿੰਨ੍ਹ ਸਮਝ ਆ ਗਏ ਨੇ। ਸ਼ਬਦ ਗੁਰੂ ਮੇਰੇ ਅੰਦਰੋਂ ਆਵਾਜ਼ ਬਾਣੀ ਸਿਖਾਉਂਦੀ ਹੈ ਕਿਸ ਤਰ੍ਹਾਂ ਸੁਣੀਦਾ ਹੈ ਰੱਬ ਦੀ ਆਵਾਜ਼ ਨੂੰ, ਔਰ ਕਿਸ ਤਰ੍ਹਾਂ ਸੱਚ ਨੂੰ ਫੋਲੋ ਕਰੀਦਾ। ਰਹਾਓ ਭੂਲੇ ਮਾਰਗ ਜਿਹਨੇ ਬਤਾਇਆ, ਜਿਸਨੇ ਮੈਨੂੰ ਭੁੱਲੇ ਨੂੰ ਮਾਰਗ ਬਤਾਇਆ, ਦੈਟ ਮੀਨਸ ਬਤਾਇਆ ਵਾਲੀ ਕਿਰਿਆ ਹੋ ਚੁੱਕੀ ਹੈ। बताएगा नहीं, बता दिया है, बता चुका है। मैं भुलदा सी, ਉਹਨੂੰ ਅਸੀਂ ਰੋਜ਼ ਸ਼ਬਦ ਪੜ੍ਹਦੇ ਹਾਂ, ਭੁਲਾਵੜੇ ਭੁਲਾਵੜੇ ਭੁੱਲੀ ਭੁਲਾਵੜੇ ਭੁਲਾਵੜੇ ਭੁੱਲੀ ਭੁੱਲ ਭੁੱਲ ਪਛੋਤਾਣੀ ਭੁੱਲ ਭੁੱਲ ਪਛੋਤਾ ਪੇਰ ਛੋੜ ਅੜੀ ਸੁੱਤੀ ਪੀਰ ਕੀ ਸਾਰ ਨ ਜਾਨੀ ਪੀਰ ਕੀ ਸਾਰ ਨ ਜਾਣੀ ਪੀਰ ਕੀ ਸਾਰ ਨ ਪੀਰ ਛੋੜ ਅੜੀ ਪੀਰ ਕੀ ਸਾਰ ਨ ਜਾਣੀ ਭੁਲਾਵੜੇ ਭੁਲਾਵੜੇ ਭੁੱਲੀ ਭੁੱਲ ਭੁੱਲ ਪਛੋਤਾਣੀ ਭੁੱਲ ਭੁੱਲ ਪਛੋਤਾ। ਅਸੀਂ ਆਪ ਆਪਣੇ ਮਨ ਵੱਲੋਂ ਦਿੱਤੇ ਹੋਏ ਸੁਨੇ ਦੇ ਕਾਰਨ, ਜਿਹਨੂੰ ਮਨ ਕੀ ਮੱਤ ਕਹਿੰਦੇ, ਮੇਰੇ ਮਨ ਕੀ ਮਰਜ਼ੀ ਕਹਿੰਦੇ ਨੇ। ਤੁਸੀਂ ਕਦੀ ਨੋਟਿਸ ਕਰਨਾ ਸਾਡੇ ਘਰਾਂ ਵਿੱਚ ਬੱਚੇ ਮਾਪਿਓ ਨੂੰ ਚੈਲੰਜ ਕਰਦੇ ਨੇ। ਜਦੋਂ ਮੰਮੀ ਪਾਪਾ ਕਹਿੰਦੇ ਨੇ ਬੇਟਾ ਅਸ਼ਲੀਲ ਕੱਪੜੇ ਨਾ ਪਾਓ, ਜਦੋਂ ਮੰਮੀ ਪਾਪਾ ਕਹਿੰਦੇ ਨੇ ਬੇਟਾ ਰਾਤ को देर से घर मत आया करो, ਜਦੋਂ ਮੰਮੀ ਪਾਪਾ ਕਹਿੰਦੇ ਨੇ ਬੇਟਾ डांस मत किया करो, बेटा रात को 3 बजे तक टीवी मत देखा करो, फ़ोन पे बातें मत किया करो। ਤਾਂ ਜਦੋਂ ਮਾਪਿਓ ਐਸੀ ਕੋਈ ਚੰਗੀ ਗੱਲ ਜਦੋਂ ਵੀ ਕਹਿੰਦੇ ਨੇ ਨਾ, ਭਾਵੇਂ ਨਿੱਕੇ ਤੋਂ ਨਿੱਕਾ ਬੱਚਾ ਉਹਨੂੰ ਕਹਿਣ ਬੇਟਾ ਚੌਕਲੇਟ ਮਤ ਖਾਇਆ ਕਰੋ, ਸੋ ਹਮੇਸ਼ਾ ਬੱਚਾ ਕਹਿੰਦਾ ਆਪ ਤੋਂ ਹਮੇਸ਼ਾ ਟੋਕਤੇ ਰਹਤੇ ਹੋ। ਲੇਕਿਨ ਇੱਕ ਐਸਾ ਸਮਾਂ ਆ ਜਾਂਦਾ ਜਦੋਂ ਟੀਨਏਜ ਵਿੱਚ ਆਉਂਦਾ ਹੈ, ਉਹਦੀ ਜ਼ਬਾਨ ਥੋੜੀ ਲੰਬੀ ਹੋ ਜਾਂਦੀ ਹੈ, ਉਹ ਮਾਪਿਓ ਦਾ ਰਿਗਾਰਡ ਘਟਾਉਂਦਾ ਜਾਂਦਾ, ਆਪਣੇ ਆਪ ਨੂੰ ਅਕਲ ਸਿਆਣਾ ਜ਼ਿਆਦਾ ਸਮਝਣ ਲੱਗ ਪੈਂਦਾ। ਉਸ ਵੇਲੇ ਕਹਿੰਦਾ ਇਹ ਮੇਰੀ ਲਾਈਫ ਹੈ। ਜਦੋਂ ਇਹ ਕਹਿਣਾ ਸ਼ੁਰੂ ਕਰ ਦਿੰਦਾ ਨਾ ਇਹ ਮੇਰੀ ਲਾਈਫ ਹੈ, ਬਸ ਉਸ ਵੇਲੇ ਇਹ ਸਮਝਣ ਵਾਲੀ ਗੱਲ ਹੈ ਕਿ ਇਹ ਮਨ ਕੀ ਮਰਜ਼ੀ ਕਰ ਰਿਹਾ ਹੈ। बेटा खाना खा लो, बच्चा कहता है मम्मी मेरा मन नहीं है। बेटा सब्जी बनाई है खा लो, मम्मी मेरा मन नहीं है, मेरे को बाज़ार से पिज़्ज़ा मंगा दो। ਜਦੋਂ ਵੀ ਕੋਈ ਵੀ ਦੁਨੀਆ ਦਾ ਇਨਸਾਨ ਬੱਚੇ ਵਾਂਗੂ ਵੱਡੇ ਵਾਂਗੂ ਸਾਡੇ ਸਾਰਿਆਂ ਵਾਂਗੂ ਮਨ ਦੀ ਆਵਾਜ਼ ਨੂੰ ਸੁਣਨ ਲੱਗ ਪੈਂਦਾ ਨਾ, ਤਾਂ ਉਹ ਕੁਰਾਏ ਪੈਂਦਾ ਔਰ ਉਹ ਭੁੱਲਦਾ ਹੈ। ਉਹਨੂੰ ਕਹਿੰਦੇ ਨੇ ਬਾਰ-ਬਾਰ ਭੁੱਲਦਾ ਫਿਰ ਬਾਰ-ਬਾਰ ਪਛਤਾਉਂਦਾ ਹੈ। ਭੁਲਾਵੜੇ ਭੁੱਲੀ ਭੁੱਲ ਭੁੱਲ ਪਛੋਤਾਣੀ ਪਿਰ ਛੋੜ ਅੜੀ ਸੁੱਤੀ। ਪਿਰ ਛੋੜਨ ਦਾ ਕੀ ਮਤਲਬ ਹੁੰਦਾ ਹੈ? ਸ਼ਬਦ ਦੇ ਲਫ਼ਜ਼ੀ ਅਰਥਾਂ ਤੋਂ ਅਸੀਂ ਪਿੱਛੇ ਭਾਵ-ਅਰਥ ਹੀ ਜਾਣਾ ਹੈ। ਸੱਚ ਦੇ ਮਾਰਗ ਨੂੰ ਇਗਨੋਰ ਕਰਨਾ, ਪਿਰ ਛੋੜ ਅੜੀ ਸੁੱਤੀ, ਪਿਰ ਕੀ ਸਾਰ ਨਾ ਜਾਣੀ। ਪਤਾ ਨਹੀਂ ਹੈ ਕਿ ਸੱਚ ਦਾ ਮਾਰਗ ਫੋਲੋ ਕਰੋ ਤਾਂ ਕਿੰਨਾ ਫਾਇਦਾ ਹੁੰਦਾ ਹੈ। ਮੈਂ ਇੱਕ ਬੱਚੇ ਨੂੰ ਸੁਣਿਆ, बेटा आपके दांत बहुत अच्छे हैं। कहता मेरे मम्मी पापा ने मना किया था चॉकलेट नहीं खानी। जदों मैं उस बच्चे ने कहा, मैं क्या अच्छा आपके सारे दांत बहुत अच्छे हैं, उस बच्चे ने मनु अपने पूरे होठ इस तरह खोल के सारे 32 दांत दिखाए। वीर जी मेरे सारे दांत बहुत अच्छे हैं, जब से मम्मी पापा ने कहा ना मैं चॉकलेट नहीं खाता। इस सुख का उन्हें बच्चे को पता नहीं सी, वो हुण महसूस होने लग पाया मम्मी पापा ने मना किया था, मेरे दांत बहुत अच्छे हैं। सानू सच का मार्ग समझाता है और असी उसनू इग्नोर करते हैं। सानू पता ही नहीं कि जे मैं इस ते टुरां तां मैनू कितना सुख मिलेगा। पिर की सार
ਨਾ ਜਾਣੀ। ਸੱਚ ਦੇ ਮਾਰਗ ਤੇ ਤੁਰਨ ਦੇ ਕਾਰਨ ਫਾਇਦਾ ਕੀ ਹੁੰਦਾ ਹੈ। ਮੇਰਾ ਇੱਕ ਵੀਰ ਹੈ ਹਰਜਿੰਦਰ ਸਿੰਘ, ਉਹਨਾਂ ਦਾ ਟਰਾਂਸਪੋਰਟ ਦਾ ਕੰਮ ਹੈ। ਮੈਨੂੰ ਕਹਿੰਦਾ ਵੀਰ ਜੀ ਜਿਉਂ ਤੋਂ ਪ੍ਰੋਗਰਾਮ ਸੁਣਨ ਲੱਗਾ ਤੁਹਾਡਾ ਮਿੱਠ ਬੋਲਣਾ ਦੀ ਹਰਸੱਜਣ ਸਵਾਮੀ ਮੋਰਾ, ਯਾਰ ਤੁਸੀਂ ਇੱਕ ਹੋਰ ਸ਼ਬਦ ਬੋਲਿਆ ਸੀ, ਬਾਬੀਹਾ ਪ੍ਰਿਯ ਬੋਲੇ ਕੋਕਿਲ ਬਾਣੀਆਂ, ਤੇ ਐਸੇ ਸ਼ਬਦ ਸੁਣ ਕੇ ਨਾ ਮੈਨੂੰ ਨਾ ਮਿੱਠਾ ਬੋਲਣ ਦੀ ਜਾਂਚ ਔਰ ਸੁਭਾਅ ਪੱਕਦਾ ਗਿਆ। ਤਾਂ ਮੈਂ ਫੀਲ ਕੀਤਾ ਕਿ ਸਾਡੇ ਟਰੱਕ ਜਿਹੜੇ ਚਲਾਉਣ ਵਾਲੇ ਨੇ, ਜਿਤਨੇ ਡਰਾਈਵਰਸ ਨੇ, ਮੈਂ ਤਾਂ ਦਿਨ ਵਿੱਚ 50 ਵਾਰੀ ਉਹਨਾਂ ਨੂੰ ਗਾਲਾਂ ਕੱਢਦਾ ਸੀ, ਉੱਚਾ ਬੋਲਦਾ ਸੀ। ਵੀਰ ਜੀ ਜਿਉਂ ਤੋਂ ਮੈਂ ਗਾਲਾਂ ਕੱਢਣੀਆਂ ਸ਼ੁਰੂ ਕੀਤੀਆਂ, ਡਰਾਈਵਰ ਹੇਰਾਫੇਰੀ ਘੱਟ ਕਰਦੇ ਨੇ ਔਰ ਮੇਰੇ ਨਾਲ ਰਿਸਪੈਕਟ ਜ਼ਿਆਦਾ ਕਰਦੇ ਨੇ, ਕੰਪਨੀ ਦਾ ਪ੍ਰੋਫਿਟ ਵੱਧ ਗਿਆ। ਮੈਂ ਵੀਰ ਜੀ ਉਹਨਾਂ ਨਾਲ ਦੂਰ ਫੋਨ 'ਤੇ ਹੁੰਦੇ ਨੇ, ਉਹਨਾਂ ਨੂੰ ਮੈਂ ਮਿੱਠਾ ਬੋਲਣਾ ਸ਼ੁਰੂ ਕਰ ਦਿੱਤਾ ਹੈ। ਕੋਈ ਬਾਤ ਨਹੀਂ, गाड़ी ख़राब होगी तो कोई बात नहीं, तुमको चोट तो नहीं लगी, अच्छा तुम्हारे घर में कोई बीमार तो नहीं है, तुम गाड़ी को वहीं छोड़ के आ जाओ, दिल्ली वापस आ जाओ। कहना मैं मिठा बोलना शुरू किया, सारी काया कलप हो गई है, कंपनी चेंज हो गई है सारी। ਵੀਰ ਜੀ ਆਈ ਫੀਲ ਕਿ ਮੈਂ ਕ੍ਰੋਧ ਕਰਦਾ ਸੀ, ਮੇਰਾ ਸਾਰਾ ਦਿਨ ਸਿਰ ਦਰਦ ਰਹਿੰਦਾ ਸੀ, ਡਰਾਈਵਰਾਂ ਨੂੰ ਗਾਲਾਂ ਕੱਢਦਾ ਸੀ, ਸਿਰ ਦਰਦ ਰਹਿੰਦਾ ਸੀ। ਮੈਨੂੰ ਉਹਦੀ ਗੱਤ ਸਮਝ ਆ ਰਹੀ ਹੈ ਕਿਸ ਤਰ੍ਹਾਂ ਹੁਣ ਫਾਇਦਾ ਹੋ ਰਿਹਾ। ਉਹਨੂੰ ਕਹਿੰਦੇ ਨੇ ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ, ਮਸ਼ੱਕਤ ਕੀਤੀ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਕਿਤਨੇ ਔਗੁਣਾਂ ਵਾਲੀਆਂ ਸੋਚਾਂ ਸੀ ਨਾ, ਸੁਭਾਅ ਸੀ ਨਾ, ਉਹ ਸਭ ਵਿਕਾਰਾਂ ਤੋਂ ਜਾਨ ਛੁੱਟ ਗਈ। ਭੁੱਲਦੇ ਅਸੀਂ ਆਪਣੀ ਮਨ ਦੀ ਮਰਜ਼ੀ ਕਰਕੇ ਹਾਂ, ਪਰ ਜਿਸ ਦਿਨ ਮੈਨੂੰ ਦੱਸ ਦਿੱਤਾ ਗਿਆ ਔਰ ਉਸ ਤੋਂ ਬਾਅਦ ਮੈਂ ਨਹੀਂ ਭੁੱਲਿਆ, ਉਸ ਅਵਸਥਾ ਦੀ ਗੱਲ ਚੱਲ ਰਹੀ ਹੈ। ਮੈਂ ਭੁੱਲ ਜਾਂਦਾ ਸੀ ਲੇਕਿਨ ਅੱਗੋਂ ਤੋਂ ਹੁਣ ਸਮਝ ਆ ਗਈ। ਫੋਰ ਐਗਜ਼ਾਮਪਲ ਸਾਨੂੰ ਮਾਂ ਸਮਝਾਉਂਦੀ ਹੈ, ਜੇ ਤੂੰ ਗਿੱਲੀਆਂ ਭਿੰਡੀਆਂ ਬਣਾਏਗਾ ਤਾਂ ਭਿੰਡੀਆਂ ਲੇਸੀਆਂ ਜਿਹੀਆਂ ਪੱਕ ਜਾਣਗੀਆਂ। ਭਿੰਡੀਆਂ ਨੂੰ ਧੋ ਕੇ ਕੱਪੜੇ ਨਾਲ ਪੂੰਝ ਕੇ ਸੁਕਾ ਲਈਦਾ, ਫਿਰ ਉਹਨਾਂ ਨੂੰ ਕੱਟੀਦਾ, ਗਿੱਲਾ ਨਹੀਂ ਕਰੀਦਾ। ਪਰ ਮੈਂ ਤੇ ਪਕਾਉਂਦੀ ਸੀ, ਮੇਰੀਆਂ ਭਿੰਡੀਆਂ ਖਰਾਬ ਹੋ ਜਾਂਦੀਆਂ ਸੀ। ਜਿਸ ਦਿਨ ਦਾ ਮੰਮੀ ਨੇ ਮੈਨੂੰ ਦੱਸਿਆ, ਬਿਲਕੁਲ ਇਸੇ ਟੋਨ ਵਿੱਚ ਸ਼ਬਦ ਹੈ, ਜਿਸ ਦਿਨ ਦਾ ਮੈਨੂੰ ਭੁੱਲੇ ਨੂੰ ਮਾਰਗ ਪਾਇਆ, ਭੁੱਲੇ ਮਾਰਗ ਜਿਹਨੇ ਬਤਾਇਆ, ਜੋ ਮੈਨੂੰ ਸਮਝਾਇਆ ਸੀ ਮੈਂ ਉਹਦੇ 'ਤੇ ਪ੍ਰੈਕਟਿਸ ਕੀਤੀ। ਐਸਾ ਗੁਰ, ਐਸਾ ਤਰੀਕਾ, ਐਸਾ ਮੈਥਡ ਮੈਂ ਵੱਡੇ ਭਾਗ ਬਣਾ ਕੇ ਪ੍ਰਾਪਤ ਕੀਤਾ। ਪਿਛਲੇ ਜਨਮ ਦੇ ਭਾਗਾਂ ਕਰਕੇ ਸਤਿਗੁਰ ਨਹੀਂ ਮਿਲਦਾ। ਸਾਧ ਸੰਗਤ ਜੀ, ਇਹ ਸਾਨੂੰ ਗੁਰਦੁਆਰੇ ਦੀ ਸਟੇਜ ਤੋਂ ਹਮੇਸ਼ਾ ਗਲਤ ਸਮਝਾਇਆ ਜਾਂਦਾ। ਪਿਛਲੇ ਜਨਮਾਂ ਦੇ ਕਿਸਮਤ ਦੇ ਮੱਥੇ ਲਿਖੇ ਭਾਗਾਂ ਦੇ ਕਾਰਨ ਮਿਲੇਗਾ। ਰਾਦਰ ਗੁਰਮਤ ਇਹ ਕਹਿੰਦੀ ਹੈ, ਅਸੀਂ ਭਾਗ ਆਪਣੇ ਆਪ ਬਣਾਉਂਦੇ ਹਾਂ। ਸਤਿਗੁਰ ਦੀ ਮੱਤ ਲੈ ਕੇ ਆਪਣੇ ਔਗੁਣਾਂ ਨੂੰ ਸਮਝਣਾ ਸ਼ੁਰੂ ਕਰਦੇ ਹਾਂ ਅਤੇ ਔਗੁਣ ਛੱਡਣ ਬਾਰੇ ਗੱਲ ਸਮਝਦੇ ਹਾਂ। ਉਹਨੂੰ ਕਹਿੰਦੇ ਨੇ ਮਸਤਕ ਭਾਗ ਮੰਦੀਰੀ। ਸਤਿਗੁਰ ਦੀ ਗੱਲ ਸੁਣ ਕੇ ਆਪਣੇ ਮੱਥੇ ਲਿਖੇ ਭਾਗ ਮਿਟਾਉਂਦੇ ਹਾਂ। ਉਹਨੂੰ ਜਿਨ ਮਸਤਕ ਧੂਰਾ ਲਿਖਿਆ ਤਿਨ ਸਤਿਗੁਰ ਮਿਲਿਆ ਰਾਮ ਰਾਜੇ ਕਹਿੰਦੇ ਨੇ। ਆਪਣੇ ਭੈੜੇ ਔਗੁਣਾਂ ਦੇ ਸੁਭਾਅ ਨੂੰ ਛੱਡਦੇ ਹਾਂ ਤਾਂ ਉਹਨੂੰ ਕਹਿੰਦੇ ਨੇ ਮਸਤਕ ਭਾਗ ਚੰਗੇਰੇ, ਚੰਗੇ ਭਾਗ ਲਿਖਦੇ ਹਾਂ। ਸੋ ਅਸੀਂ ਐਸਾ ਗੁਰ ਤਰੀਕਾ ਸਿੱਖ ਜਾਂਦੇ ਹਾਂ, ਜੋ ਮਾਰਗ ਸਮਝਾਇਆ ਗਿਆ ਸੀ ਉਸ 'ਤੇ ਬਾਰ-ਬਾਰ ਦ੍ਰਿੜ ਹੋ ਕੇ ਜਦੋਂ ਅਸੀਂ ਉਸ 'ਤੇ ਪੱਕ ਜਾਂਦੇ ਹਾਂ, ਉਸ ਨੂੰ ਵਡਭਾਗੀ ਕਹਿੰਦੇ ਨੇ। ਵੱਡੇ ਭਾਗਾਂ ਦਾ ਸਦਕਾ, ਵੱਡੇ ਭਾਗਾਂ ਦਾ ਸਦਕਾ ਕਿਸਮਤ ਨੂੰ, ਫੇਟ ਨੂੰ, ਪਿਛਲੇ ਜਨਮ ਦੀ ਪੱਤਰੀ ਹਾਸਤਲ ਦੀਆਂ ਲਕੀਰਾਂ ਨੂੰ ਨਹੀਂ ਕਹਿੰਦੇ ਨੇ। ਗੁਰਮਤਿ ਭਾਗ ਦਾ ਮਤਲਬ ਆਪ ਬਣਾਉਂਦੇ ਹਾਂ। ਚੰਗੇ ਕੇ ਮੰਦੇ ਸਾਡੇ ਹੱਥ ਵਿੱਚ ਹੁੰਦਾ। ਸੋ ਇਹ ਭੁੱਲਦੇ ਜਿਹੜਾ ਬਾਰ-ਬਾਰ ਆਉਣਾ, ਉਹਦੇ ਵਾਸਤੇ ਮੈਂ ਇੱਕ ਗੱਲ ਸਾਂਝ ਕਰਨਾ ਚਾਹੁੰਦਾ। ਸਾਨੂੰ ਸਮਝਾਇਆ ਗਿਆ ਰੱਬ ਦਾ ਮਾਰਗ ਪਰਫੈਕਟ ਹੈ। ਇਸ ਕਰਕੇ ਗੁਰਬਾਣੀ ਸਾਨੂੰ ਰੱਬ ਦੇ ਮਾਰਗ ਵਾਸਤੇ ਪਤਾ ਕੀ ਕਹਿੰਦੀ ਹੈ? ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਅਭੁੱਲ ਗੁਰੂ ਕਰਤਾਰ ਦਾ ਮਤਲਬ ਕੀ ਹੁੰਦਾ? ਰੱਬ ਅਤੇ ਰੱਬ ਦਾ ਮਾਰਗ ਹਮੇਸ਼ਾ ਪਰਫੈਕਟ ਹੀ ਹੋਏਗਾ, ਸਹੀ ਹੀ ਹੋਏਗਾ। ਤੁਹਾਨੂੰ ਹਮੇਸ਼ਾ ਉਸ ਦਾ ਬੈਨੀਫਿਟ ਹੀ ਮਿਲੇਗਾ, ਨੁਕਸਾਨ ਬਿਲਕੁਲ ਨਹੀਂ ਹੋਏਗਾ।
ਕਿਸੇ ਹੋਰ ਮਾਰਗ ਤੇ ਚੱਲਾਂਗੇ, ਉੱਜੜ ਪੈ ਜਾਵਾਂਗੇ, ਭਟਕਾਂਗੇ, ਗਵਾਚ ਜਾਵਾਂਗੇ, ਬੜੇ ਨੁਕਸਾਨ ਹੋਣਗੇ। ਪਰ ਰੱਬ ਦੇ ਮਾਰਗ ਵਿੱਚ ਨਹੀਂ ਭੁੱਲਦੇ ਹਾਂ। ਅੱਛਾ, ਰੱਬ ਦੇ ਮਾਰਗ ਵਿੱਚ ਸਮਝਾਉਂਦੇ ਕੀ ਨੇ? ਰੱਬ ਦੇ ਮਾਰਗ ਹੀ ਸਮਝਾਉਂਦੇ ਨੇ, ਜੇ ਤੂੰ ਕੌੜਾ ਬੋਲਦਾ ਹੈ, ਮਿੱਠਾ ਬੋਲਿਆ ਕਰ, ਸੁਖੀ ਹੋ ਜਾਏਗਾ। ਜੇ ਘੂਰੀ ਵਟਦਾ ਹੈ, ਅੱਖਾਂ ਨਿਰਮਲ ਕਰ ਲੈ, ਤੇਰਾ ਮੱਥਾ ਦਰਦ ਨਹੀਂ ਹੋਏਗਾ, ਸੁਖੀ ਹੋ ਜਾਏਗਾ। ਉੱਚਾ ਬੋਲਦਾ ਹੈ, ਉੱਚਾ ਨਾ ਬੋਲਿਆ ਕਰ, ਨਮਰਤਾ ਚ ਰਿਹਾ ਕਰ, ਸੁਖੀ ਹੋ ਜਾਏਗਾ। ਤੂੰ ਹੰਕਾਰ ਵਿੱਚ ਆਕੜਿਆ ਰਹਿੰਦਾ, ਤੇਰੀ ਗਰਦਨ ਆਕੜੀ ਰਹਿੰਦੀ ਹੈ, ਮੈਂ ਅਮੀਰ ਹਾਂ, ਮੈਂ ਉੱਚੀ ਜ਼ਾਤ ਦਾ ਹਾਂ, ਮੈਂ ਬੜਾ ਧਰਮੀ ਹਾਂ, ਮੈਨੂੰ ਬੜੇ ਧਰਮ ਕਰਮ ਆਉਂਦੇ ਨੇ, ਮੈਨੂੰ ਇਤਨੀ ਬਾਣੀ ਯਾਦ ਹੈ, ਮੈਂ ਇਤਨੀ ਮਾਲਾ ਫੇਰ ਲੈਂਦਾ, ਮੈਂ ਇਤਨਾ ਸਭ ਕੁਛ ਕਰਦਾ। ਇਸ ਤਰੀਕੇ ਦੇ ਤੈਨੂੰ ਕਮਾਂਡ ਆ ਜਾਣਗੇ ਤਾਂ ਤੂੰ ਆਪਣੇ ਹੰਕਾਰ ਜਗਤ ਜਲਿਆ ਤੋਂ ਸੁਖੀ ਹੋ ਜਾਏਗਾ। ਇਹਦਾ ਮਤਲਬ ਰੱਬ ਦਾ ਮਾਰਗ ਸ਼ੋਰ ਸ਼ਾਰਟ ਹੈ ਔਰ ਸਾਨੂੰ ਰੱਬੀ ਗੁਣ ਸਿਖਾਉਂਦਾ। ਜਿਹੜੇ ਰੱਬੀ ਗੁਣ ਸਿਖਾਉਂਦਾ ਨਾ, ਰੱਬੀ ਗੁਣਾਂ ਨੂੰ ਸੇਂਟਲੀ ਕੁਆਲਿਟੀਜ਼ ਕਹਿੰਦੇ ਨੇ, ਰੱਬੀ ਗੁਣਾਂ ਨੂੰ ਸੰਤ ਕਹਿੰਦੇ ਹਨ। ਸੰਤ ਕਿਸੇ ਮਨੁੱਖ ਨੂੰ ਨਹੀਂ ਕਹਿੰਦੇ ਨੇ, ਇਹ ਭੁਲੇਖਾ ਅਸੀਂ ਲਾ ਲੈਣਾ। ਸੰਤ ਕਿਸੇ ਮਨੁੱਖ ਨੂੰ ਨਹੀਂ ਕਹਿੰਦੇ ਨੇ। ਬਾਣੀ ਅੰਦਰ ਸੰਤ ਦਾ ਮਤਲਬ ਹੁੰਦਾ ਹੈ, ਸੰਤ का मार्ग मीन्स वर्च्यूज, चंगे गुणा का मार्ग। संत का मार्ग धर्म की पौड़ी को वडभागी पाए, जो सच दे मार्ग ते चंगे गुणा दी हैबिट्स ते टुरदा है, वो अपने वड्डे भाग बना लैंदा है और उन्हां ते टुरदा जांदा है, प्राप्त कर लैंदा है। सो रब जी और रब जी का जिहड़ा गुर है ना, वो भुलदा नहीं है। गुरु शरीरक नहीं होंदा, गुरु मीन्स शब्द गुरु, सच का मार्ग और रब जी का रस्ता परफेक्ट है। वो अवगुण नहीं सिखांदा, सानू हमेशा चंगे गुण ही सिखा। चंगे गुणां नू रब्बी गुण कहते हैं, स्पिरिचुअल क्वालिटीज़ कहते हैं, मोरैलिटीज़ कहते हैं। सो मन वल्लों भुलते हाँ तो कुराए पै जाते हैं, अज्ञानता वस भुलते हाँ। अज्ञानता की है? मन नू भुलेखा होंदा मैनू सब कुछ पता है। मन वल्लों भुले तो कुराए पै जाएंगे। अभुल गुरु करतार निज कर च वसदा रब होंदा है, वो कदे नहीं भुलदा। सो जिहड़ा नहीं भुलदा ਉਹਦਾ परफेक्ट रस्ता है। जे मैं तहैया कर लवां नम्रता विच कि मैनू ते जी तुहाडे मार्ग ते टुरना है, क्योंकि मैं भुलना नहीं चाहता, मैं परफेक्शन दे मार्ग ते टुरना चाहता, तो उन्होंने कहते हैं एक तिल नहीं भन्नै काले। जो इंसान सच ते टुरन दी अंदरों सिंसीयरिटी नाल सरेंडर कर दिंदा है, उसकी मेहनत जाया नहीं जाती। बिजनेस वाले की मेहनत जाया जा सकती है, नौकरी वाले की मेहनत जाया जा सकती है, प्रमोशन ना मिले मेहनत जाया जा सकती है, पढ़ाई की शायद एग्जाम में पास ना होइए, कुछ गड़बड़ हो जाए, मेहनत जाया जा सकती है, मैच खेड रहे हैं, मेहनत जाया जा सकती है। पर जदों सच दे मार्ग ते टुर के चंगे गुणा का सुभाव बनाना है, उसनूं गुरबाणी कहती है रब जी तेरी मेहनत जाया नहीं करते ने। एक तिल जितनी भी मेहनत नूं घालना नूं अखों ओले नहीं करते ने। एक तिल नहीं भन्नै काले। प्रैक्टिस करके देख लो। जे आदत पईयां होईयां गालां कड्ढण दियां, जे आदत पईयां होईयां बैक बाइटिंग दियां, जे आदत पईयां होईयां निंदा करन दियां, तां छोड़ के देखो, जो चैन आएगा वो रब जी ने रिकगनाइज किया तुहाडा सुभाव। सो सीधे रस्ते पांदा है रब जी, क्योंकि वो भुलदे नहीं ने, कुराए कदी नहीं पांदा। साध संगत जी ये गल याद रखनी है, सानू रब जी नहीं भुलांदे ने। ये गल बहुत बरीक है, लेकिन गुरमत दी है। लोकी कहते हैं कि रब मनुख नूं कुराए पांदा है। रब ने कुराए पाण वास्ते ममता माया खिलारी हुई है। असी विचारिया सी शिव शक्त आप पाए के करता आपे हुक्म वरताए। शिव शक्त होंदा है मंदे ख्याल जिन्हां नाल मेरी आत्मक मौत होंदी है। शिव शक्त मैं भैड़े ख्यालों की शक्ति ताकत उत्ते बिलीफ रखदा। शिव शक्त आप पाए के, आप कौन है? रब जी नहीं ने। मंदे ख्याल मेरे ने, आप दा मतलब मेरा मन। शिव शक्त आप पाए के करता, करता कौन है? भैड़े ख्यालों का मेरा मन।
शिव शक्त आप उपाय के करता आपे हुक्म वरताए, हुक्म वरताए आप वेखै। आप अपने भैड़े ख्यालों नूं प्रैक्टिस करदा है। गुरमुख किसै बुझाए, जो गुरु दे मुख तो निकली हुई बात नूं समझ जाता है कि मैं अपनियां बैड क्वालिटीज़ की ताकत और माइट नूं यूज़ करदा हाँ, जो इसनूं रिकॉग्नाइज कर लैंदा है ना, गुरमुख किसे बुझाए, वो पता ही करता है अवगुणा तो तोड़े बंधन होवे मुकत, वो अवगुणा नूं छड्डण योग हो जाता है। ਇਹਦਾ मतलब रब जी ने कंडे नहीं खिलारे होए, रब जी ने माया नहीं खिलारी हुई, रब जी ने मनुख नूं नहीं पटकाया। मनुख भटकदा है अपने कारण, मनुख भुलदा है। इस करके जिहड़ा कॉन्सैप्ट है भुलन अंदर सबको भुल गुरु करतार, असीं उहदे समझ रहे हाँ रब दा रस्ता परफेक्ट है, रब दा हर गुर परफेक्ट है और रब दा हर मैथड तरीका परफेक्ट है। वो मनुख नूं कुराए पांदा ही नहीं है। सो गॉड कॉन्सैप्ट ऑफ परफेक्शन सानू सिखांदा है हर जन ऐसा चाहिए जैसा हर ही होए। असी डे बाई डे गुरबाणी पढ़ के भुले मार्ग तो सीधे राह पै के मंदे सुभाव तो चंगे सुभाव वाला बन बन के परफेक्शन वाले रस्ते ते टुरना शुरू हो जाते हैं। हर जन बन जाते हैं। हर जन ऐसा चाहिए जैसा हर ही होए। साडी बच्ची जदों कुकिंग नहीं सीखती है ना, माँ उन्होंने आस्ता आस्ता कहती है बेटा गैस उच्ची कर दे, नहीं हुण नीवीं कर दे। थोड़े दिनों बाद माँ कहती है बेटा तवा रख दे। थोड़े दिनों बाद उन्होंने कहती है आ जरा मैं तेन दिखावा फुलका किस तरह वेलीदा है। निक्के निक्के काम उन्होंने कही जाती है। करद्या 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 बच्ची फुलका भी पकाण लग पैंदी है, बच्ची सब्जी भी बनाने लग पैंदी है, बच्ची बिल्कुल माँ वांगू कुकिंग करन लग पैंदी है। और ऐसा भी समा आ जाता है जे बच्ची होर इंटरस्ट लेना शुरू कर दे, माँ तो वधिया कुकिंग करन लग पैंदी है। ओ अवस्था नूं रब नाल मिल के देखो। डे बाई डे रब जी सानू उस बच्ची वांगू परफेक्ट करते जाते ने। असी अपने अंदर दा संतोख दा भोजन पकाना सीख जाते हाँ। संतोख दा भोजन सीख जाते हाँ, सानू सबर आ जाता है, साडे अंदर शीतलता आ जाती है, साडे अंदर निर्वैरता आ जाती है। सो गॉड दा कॉन्सैप्ट परफेक्शन दा सानू हरजन बनाता है। हरजन बनास्ते अवगुण छोड़ गुणा को धावो वाले पासे असी टुर पैंदे हाँ। जे ना टुरीए वरना अवगुण छोड़ गुणा को धावो कर अवगुण पछताई जियो। अवगुण पछताण का मतलब की है कुराए पैना। कुराए पैना मीनस भुल जाना। भुल जाना मीनस गलती नूं बार बार करना। सो द डे अवगुणी सुभाव छुटते हाँ, उस दिन असी अभुल गुरु करतार वल वधदे जांदे, अभुल होंदे जांदे हाँ। रब नाल इकता दे रस्ते तो भटक जाना भुलना कहलांदा है। लो जी हुण गल ये चल रही है, जे मैं बाणी पढ़ रहा सी किधरे मैं बाणी भुल गया, मैं स्कूल दे पहाड़े याद कर रहा सी, चैप्टर याद कर रहा सी, वो भुल गया। मैं किसी नाल कोई काम कर रहा वां, वो काम करदे होया मैनू याद नहीं रहा। उन्हें मैंने कहा 6 बजे आना, हम मिलके वहाँ से आगे बॉस के पास जाएंगे, ये वाला काम करेंगे, डील करेंगे, सामान खरीदेंगे, मैं भुल गया। इन्हां गल्लां चों किसी भी गल नूं भुलना नहीं कहते ने। मैं रब्बी इकमिकता दे रस्ते ते टुरन वास्ते जम के मार्ग ते टुरन लग पिया, इहनूं भुलना कहते ने। पर जिहड़ा सच सुन लवे और सच सुन के सच नूं मन्नण लग पवे, मन्नण दा मतलब प्रैक्टिस करन लग पवे। जदों प्रैक्टिस करन लग पैंदा है ना, उहनूं पता ही कहंदे ने मन्नै मग ना चलै पंथ। किहड़े वाला? जम दा। इहदे अर्थ आम तौर ते कीते ने। मन्नै मग ना चलै पंथ मतलब वो दुनिया कोई धर्म नहीं मानता। मग ना चलै पंथ का मतलब होंदा है वो जम के पंथ ना पाइए
फिर ना ही मरने। वो जम दे पंथ ते नहीं टुटदा, उन्होंने पता ही कहते हैं मन्ना जम के साथ ना जाए। जो जो गल्लां सानू पता लगदियां जांदियां हन असीं उस ते नहीं जांदे। अमेरिका साडे घर मेरी सिस्टर दा पोता सी, असीं ओवन दे अंदर कुछ पका रहे सी। ओवन दा अंदर वाला पासा गर्म होंदा है, असीं ओवन दे उस अंदर वाले पासे नूं इस तरह खोलिया, मेरी भैन दी नूह ने, और वो खोल के सिंक तो कुछ लैन चली गई। निक्का बच्चा आया, उसने ओवन दे अंदर वाले पासे हाथ ला दिता, रैड हॉट सी, ਉਹਦਾ हाथ सड़ गया। ਹੁਣ ਉਹ ਸਾਰੀ ਉਮਰ ਵਾਸਤੇ ਭਾਵੇਂ ਓਵਨ ਦਾ ਢੱਕਣ ਇੰਜ ਖੋਲ ਕੇ ਓਵਨ ਗਰਮ ਹੀ ਨਾ ਹੋਵੇ ਭਾਵੇਂ, ਹੁਣ ਉਹ ਨੇੜੇ नहीं आंदा, कहना नहीं हाथ नहीं लगाऊंगा, इसके नजदीक ही नहीं आऊंगा। एक बारी पता लग गया ऐसे हाथ जल जाता है, जम के साथ ना जाए, जम के पंथ नहीं चलता है। ਅਸੀਂ ਰੈਲਿਸ਼ ਨਹੀਂ ਨਾ ਕੀਤਾ ਹੈ, ਅਸੀਂ ਕਦੀ ਰੈਲਿਸ਼ ਕਰੀਏ ਕਿ ਮੈਂ ਰੋਜ਼ ਗਾਲਾਂ ਕੱਢਦਾ ਹਾਂ, ਰੋਜ਼ ਨਿੰਦਾ ਕਰਦਾ ਹਾਂ, ਰੋਜ਼ ਭੈੜੇ ਬੋਲ ਬੋਲਦਾ, ਇੱਕ ਦਿਨ ਨਾ ਗਾਲਾਂ ਨਾ ਕੱਢ ਕੇ ਦੇਖਾਂ, ਉਹ ਜਿਹੜਾ ਚੈਨ ਹੈ ਉਹ ਸਵਾਦ ਹੈ, ਪਰ ਸਾਨੂੰ ਉਸ ਬਾਰੇ ਪਤਾ ਨਹੀਂ ਹੈ। ਇਸ ਕਰਕੇ ਅਸੀਂ ਛੇਤੀ ਨਾਲ ਮਿੱਠੇ ਬੋਲ ਨੂੰ ਛਿੱਕੇ ਟੰਗ ਦਿੰਦੇ ਹਾਂ। ਨਿੰਦਾ, ਚੁਗਲੀ, ਵੈਰ, ਭੈੜੀ ਬੋਲੀ, ਉੱਚੇ ਬੋਲ, ਕੁਬੋਲ ਬੋਲਨੇ ਸ਼ੁਰੂ ਕਰ ਦਿੰਦੇ ਹਾਂ। ਉਹਦੇ ਨਾਲ ਪਤਾ ਕੀ ਹੁੰਦਾ, फिर बार बार भुलते हैं, क्योंकि साडा मेरा सारा ब्लड खराब हो गया। उन्होंने कहते ने नानक फिक्के बोलिया तन मन फिक्का होए, फिक्के हो गए हूँ तो भुल ही जावांगे, भैड़ी बोली बोल ही जावांगे, बार बार भुलते रहांगे, कोई ना कोई जस्टिफिकेशन लगा लांगे ना। फिर वीर जी वो कहते हैं तो अगे तो फिर बोलना पैंदा ही है, ऐं तो अगला सिर तो ही चढ़ता जाएगा। मेरा तन मन फिक्का है और मैं फिक्के बोलों नूं जस्टिफाई करी जांदा। सो रब नाल इकमिकता दे रस्ते ते ਭਟਕ ਜਾਂਦੇ ਆ ਜਦੋਂ, ਉਹਨੂੰ ਭੁੱਲਣਾ ਕਹਿੰਦੇ ਨੇ। मैं अपने पुत्र ਨੂੰ ਲੱਖ रुपया ਦਿੱਤਾ, बेटा इसके साथ जाके बिजनेस करो। मेरे पुत्र ने ਲੱਖ रुपया ਜ਼ਾਇਆ कर ਦਿੱਤਾ, ਗਵਾ ਦਿੱਤਾ, ਘਾਟੇ ਦਾ ਸੌਦਾ ਕਰ ਲਿਆ। ਇਹਨੂੰ ਭੁੱਲਣਾ ਨਹੀਂ ਕਹਿੰਦੇ ਨੇ ਮੇਰੇ ਵੱਲੋਂ। पुत्र ने अज्ञानतावश पैसे ਜ਼ਾਇਆ कर दिते, इनू मेरा भुलना नहीं कहते हैं। साध संगत जी गुरमत अनुसार असी सीख रहे हैं, भुलना की होंदा है, रब्बी इकमिकता दे रस्ते तो मुनकर होना। दुनियावी कंडक्ट, दुनियावी बिजनेस दीयां गल्लां नहीं चल रही, रब्बी इकमिकता दे रस्ते तो भटक जाना, अपने फोकस तो गोल तो हट जाना। सो जे असी सच दे रस्ते ते अगे वधदे जा रहे हैं तां नहीं भुलदे हाँ। जे भुलदे हाँ उन्होंने कहते हैं ऐसे काहे भूल परे, उन्होंने कहते हैं कहाँ भूलियो रे झूठे लोभ लाग। इस तरीके नाल भुलदे रहंदे हाँ, भुलदे रहंदे हाँ, भुलावड़े भुल्ली होंदे जांदे। मन समझावन कारने कछुक पढ़िए ज्ञान, सतगुर दी मत लैनी पैंदी है, अपने मन नूं समझाया, बार बार भुलदा है। सो कहते हैं अभुल होने लई विवेक बुद्धि की लोड़ है। विवेक बुद्धि सतगुर दिंदा है की ठीक है तो की गलत है। इतनी अक्ल दे नाल नाल फिर ठीक दा पल्ला फड़ के ठीक वाला सुभाव बनाना, अवगुणी सुभाव छड्डदे जाना, इस पूरी कंप्लीट एक्सरसाइज नूं विवेक बुद्धि कहते हैं, डिवाइन इंटलैक्ट कहते हैं। विवेक बुद्धि सिर्फ इतनी परिभाषा नहीं कहते हैं कि मेरे को पता लग गया ठीक क्या और गलत क्या है, नहीं, मनु पता लग जाए ठीक क्या और गलत क्या और मैं फिर भी गलत करी जावां, इनू विवेक बुद्धि नहीं कहते हैं। अगेन ठीक और गलत का फर्क पता लग जाना और फिर उस तो बाद गलत का रास्ता छोड़ देना और ठीक के रस्ते नू अपने सुभाव विच दृढ़ कर लेना, इस कंप्लीट एक्सरसाइज नू विवेक बुद्धि प्राप्त कहते हैं। पर असीं कर्म कांड करी जाते हैं, कर्म कांड कर करके भूलते रहना। कर्मी सहज न उपजे बिन सहजे सहसा न जाए, न सहज सहसा किते समझ रहे कर्म कमाए, भूलते रहते हैं, कर्म कांड करते रहते हैं, दिन रात भूलते रहते हैं। वो कर्म कांड कर करके भुल भुल के जंब दे मार्ग ते जाते रहते हैं। सानू
सोचना है कि ਅਸੀਂ ਕਿਹੜੇ कर्म कांड करते हैं। ਅੱਜ ਮੇਰੇ ਕੋਲ इतना समा नहीं है कि मैं आप जी ਨਾਲ ਉਹਦੀ लिस्ट डिस्कस करा, पर इतना कह सकदा जे ਅਸੀਂ सारी उम्र नगर कीर्तन ਕੱਢਦੇ ਰਵਾਂਗੇ ਤਾਂ ਮਾਨੋ ਭੁੱਲਦੇ ਪਏ ਹਾਂ, सारी उम्र प्रभात फेरियां ਕੱਢਦੇ ਰਹਾਂਗੇ ਮਾਨੋ ਭੁੱਲਦੇ ਪਏ ਹਾਂ, सारी उम्र किसी बंदे ਦੇ ਚਰਨਾਂ ਤੇ ਮੱਥਾ ਰਗੜਦੇ ਰਵਾਂਗੇ ਮਾਨੋ ਭੁੱਲਦੇ ਪਏ ਹਾਂ, सारी उम्र किसी संत ਨੂੰ ਬਾਬਾ ਜੀ ਨੂੰ श्रीमान 108 ग्राम ब्रह्म ज्ञानी जी समझते फिरते रहांगे मानो भुੱਲਦੇ ਪਏ ਹਾਂ, सारी उम्र हार फुल चढ़ाते रवांगे रुमाले चढ़ाते रवांगे मानो भुੱਲਦੇ ਪਏ ਹਾਂ। अपनी इकमिकता का रस्ता कदों लभेगा? सो जे सच के रस्ते ते वधदे जा रहे हैं तो भुੱਲ नहीं रहे, आ भुੱਲ होने लई विवेक बुद्धि की लोड़ है ताकि भटकना तो बच सकां, क्योंकि चंगे मंदे की समझ आ गई और मंदे दे अवगुण तो मैं छोड़ता जा रहा, मंदे नूं फॉलो करना भुੱਲना। मैं चाबी कित्थे रख बैठा कार दी भुੱਲ गया, उन्होंने भुੱलना नहीं कह रहे असीं। मेरा पर्स कित्थे है भुੱਲ गया, मेरी ऐनक कित्थे है मैं भुੱਲ गया, रिमोट कंट्रोल टीवी का कहाँ है मैं भुੱਲ गया, कल पाठ पढ़ाया था आज मैं भुੱਲ गया। इन्हां गल्लां दी गल नहीं चल रही, असीं गल कर रहे हैं रब्बी इकमिकता दे रस्ते दे संत गुण ना सीखना भुੱਲਣਾ कहलांदा है। भुੱਲਣ अंदर सबको भुੱਲ गुरु करतार। सो विवेक बुद्धि लैनी ताकि मुड़ के ना पटकीए, बाहरले कर्म कांड भेख अंदर दा ज्ञान ना लेना, पर बाहरले कर्म कांड और भेख करते रहना, उन्होंने कहते हैं मन रे गयो ना गुरु उपदेश, तू गुरु का उपदेश नहीं लिया। विकारां च खचत अट्रैक्ट होंदियां मानो भुੱਲਦੇ ਰਹਿੰਦਿਆਂ, विकार मुकत होने लई मन जीता जगजीत जदों अवस्था प्राप्त करदियां उन्होंने अभुੱਲਣਾ कहते हैं। मैं अपने अंगां नूं काबू किया हुण नहीं भुੱਲਦਾ, भरम कारण भुੱਲਦੇ हाँ। गुरबाणी सानू अंदर दा रस्ता दसदी है, अंदर दे रस्ते च जाण वास्ते कोई चांस ही नहीं है भुੱਲਣ दा। अंदर दे रस्ते ते अपनी इंट्रोस्पैक्शन करीदा कि मैं कित्थे कित्थे गलत हाँ, मेरा कित्थे कित्थे सुभाव गलत है, ते नहीं भुੱਲਦੇ हाँ। सो राह तो कुरा पैंदे हाँ ते अंदरों बाहर जांदे हाँ। जे कुराए तो राह पैना है, सीधे राह पैना है, सच दे मार्ग ते रब्बी इकमिकता पैना है, तां अंदर दा रस्ता अपनावांगे। ਜਿਹੜੇ ਲੋਕੀ अंदर दा रस्ता अपना लेंदे ने उन्हां दियां कुछ निशानियां हुंदियां, वो तीर्थां ते नहीं जांदे ने। ਜਿਹੜੇ ਲੋਕੀ अंदर दा रस्ता अपना लैंदे ने वो बाहरले कर्म कांड प्रसाद चढ़ावे चढ़ाने छोड़ दिंदे ने। ਜਿਹੜੇ ਲੋਕੀ अंदर दा रस्ता ਲੱਭ ਲੈਂਦੇ ਨੇ ਉਹ ਕਿੱਥੇ ਚਿਲੀਏ ਨਹੀਂ ਕੱਟਦੇ ਨੇ। ਜਿਹੜੇ ਲੋਕੀ अंदर दा रस्ता ਲੱਭ ਲੈਂਦੇ ਨੇ ਉਹ ਦਿਨੋਂ ਦਿਨ ਨਿਡਰ ਹੋ ਜਾਂਦੇ ਨੇ। ਜਿਹੜੇ ਲੋਕੀ अंदर दा रस्ता ਲੱਭ ਲੈਂਦੇ ਨੇ ਉਹ ਧਾਗੇ ਤਵੀਤ ਜਾਦੂ ਟੂਣੇ ਤੇ ਵਿਸ਼ਵਾਸ ਨਹੀਂ ਰੱਖਦੇ ਨੇ। ਜਿਹੜੇ ਲੋਕੀ अंदर दा रस्ता ਲੱਭ ਲੈਂਦੇ ਨੇ ਉਹ ਬਾਹਰਲੇ ਕਿਸੇ ਹੋਰ ਮਨੁੱਖ ਦੇ ਅਵਗੁਣ ਨਹੀਂ ਕੱਢਦੇ ਨੇ, क्योंकि वो अपनी इंट्रोस्पैक्शन कर लग पैंदे ने। देखो अंदर दे रस्ते अंदर कितनी परफेक्शन है, कितनी मुलायमता है, कितनी नम्रता है, कितनी एकाग्रता है, कितनी कंसंट्रेशन है। भुੱਲਣਾ पैंदा ही नहीं, भटकना पैंदा ही नहीं। सो जिस वेले भुलेखा पैंदा है मन जाने सब बात जानत ही अवगुण करे, उस वेले भुੱਲਦੇ हैं कि मैनू सब कुछ पता है। सो असी ये सीख रहे हैं कि गुरबाणी अंदर दा रस्ता सिखाती है। गुरबाणी सानू भुੱਲਣ दे रस्ते तो भुੱਲਣ दे रस्ते ते मीनस परफेक्शन दे रस्ते ते टुरन दी जाच सिखाती है, सेध दिंदी है। उन्होंने कहते ने भुੱਲਣ अंदर सब को अभुੱਲ गुरु करतार। सो जिस वेले मेरा मन अभुੱਲ हो जाता है उस वेले मेरा मन करतार अपने लेख आप लिखता है। जदों आएगा ना लेख ना मिटे ही है सकी जो लिखिया करतार, वो करतार रब नहीं है, करतार है मेरा मन। मेरा मन करता बनया होया है। जे ए मंदे लेख लिख दे भोगने पैंदे ने। लेख ना मिटे ही ये सखी, वो मेरी मत, मत नूं सखी सहेली कहते हैं। वो मेरी मत, मन ने भैड़े लेख मतलब गंदियां आदतां अपना लईआं, ये भोगनियां पैंदियां ही हैं। जो बच्चा वड्डा हो के तुहानूं चंगे ख्यालों का, चंगे सुभाव का, नम्रता के सुभाव तो लैके उसारू चंगे ख्यालों वाला तुहानूं मिलता है ना, उहदे पिछे उहदी माँ का हथ हुंदा है।
ਕਈਆਂ ਦਾ ਪਿਤਾ ਦਾ ਵੀ ਹੋਏਗਾ, ਕਈਆਂ ਦਾ ਮਾਤਾ ਪਿਤਾ ਦਾ ਹੋਏਗਾ, ਕਈਆਂ ਦਾ ਦਾਦਾ ਦਾਦੀ ਦਾ ਹੋਏਗਾ, ਕਈਆਂ ਦਾ ਨਾਨਾ ਨਾਨੀ ਦਾ ਹੋਏਗਾ, ਲੇਕਿਨ ਸਭ ਤੋਂ ਕਲੋਜ਼ ਉਹਦੀ ਹੁੰਦੀ ਹੈ ਮਾਂ। ਔਰ ਉਸ ਬੱਚੇ ਦੇ ਅੰਦਰ ਜਿਹੜਾ ਵੀ ਚੰਗਾ ਗੁਣ ਆਉਂਦਾ ਹੈ, ਇਸ ਚੰਗੇ ਗੁਣ ਨੂੰ ਇੰਬਾਈਬ ਕਰਦੀ ਹੈ ਉਹਦੇ ਅੰਦਰ ਮਾਂ। ਜਦੋਂ ਤੋਂ ਦੁੱਧ ਪਿਲਾਉਣਾ ਸ਼ੁਰੂ ਕਰਦੀ ਹੈ ਤੋਂ ਲੈ ਕੇ ਜਦੋਂ ਆਟਾ ਗੁੰਨਦੀ ਹੋਈ ਰੋਟੀ ਪਕਾਉਂਦੀ ਹੈ। ਮੈਂ ਆਪਣੀ ਮਦਰ ਨੂੰ, ਜਿਹੜੇ ਕੱਲ੍ਹ ਰਾਤੀ ਚੜ੍ਹਾਈ ਕਰ ਗਏ ਨੇ, ਉਹਨਾਂ ਕੋਲ ਬਚਪਨ ਤੋਂ ਮੈਂ ਦੇਖਦਾ ਸੀ, ਦਾਲ ਚੜ੍ਹਾ ਰਹੇ ਹੁੰਦੇ ਸੀ, ਸਬਜ਼ੀ ਚੜ੍ਹਾ ਰਹੇ ਹੁੰਦੇ ਸੀ, ਆਟਾ ਗੁੰਨ ਰਹੇ ਹੁੰਦੇ ਸੀ, ਸਬਜ਼ੀ ਕੱਟ ਰਹੇ ਹੁੰਦੇ ਸੀ, ਅੰਗੀਠੀ ਬਾਲ ਰਹੇ ਹੁੰਦੇ ਸੀ, ਸਫਾਈ ਕਰ ਰਹੇ ਹੁੰਦੇ ਸੀ, ਝਾੜੂ ਮਾਰ ਰਹੇ ਹੁੰਦੇ ਸੀ, ਪੋਚਾ ਮਾਰ ਰਹੇ ਹੁੰਦੇ ਸੀ, ਕੱਪੜੇ ਧੋ ਰਹੇ ਹੁੰਦੇ ਸੀ, ਮੇਰੇ ਸਿਰ 'ਤੇ ਤੇਲ ਲਾ ਰਹੇ ਹੁੰਦੇ ਸਨ, ਕੁਛ ਵੀ ਕਰਨ, ਮੇਰੇ ਕੱਪੜੇ ਪ੍ਰੈਸ ਕਰ ਰਹੇ ਹੁੰਦੇ ਸਨ, ਕੁਛ ਵੀ ਕਰਨ ਵੇਲੇ ਉਹ ਬਾਣੀ ਪੜ੍ਹ ਰਹੇ ਹੁੰਦੇ ਸਨ। ਬਾਣੀ ਉਸ ਕੰਮ ਦੇ ਅੰਦਰ ਵੜ ਜਾਂਦੀ ਹੈ, ਬਾਣੀ ਆਟੇ ਦੇ ਅੰਦਰ ਵੜ ਜਾਂਦੀ ਹੈ, ਬਾਣੀ ਮੇਰੀ ਰੋਟੀ ਦੇ ਅੰਦਰ ਵੜ ਜਾਂਦੀ ਹੈ, ਬਾਣੀ ਮੇਰੇ ਸਰੀਰ ਅੰਦਰ ਚਲੀ ਜਾਂਦੀ ਹੈ, ਬਾਣੀ ਮੇਰੇ ਰੋਮ ਰੋਮ ਅੰਦਰ ਚਲੀ ਜਾਂਦੀ ਹੈ, ਮੇਰੇ ਆਦਤਾਂ ਨੂੰ ਫਿਕਸ ਅਪ ਕਰਦੀ ਹੈ। ਇਹਦਾ ਮਤਲਬ ਮਾਂ ਜਦੋਂ ਬੱਚੇ ਦੇ ਅੰਦਰ ਗੁਣ ਪਾਉਂਦੀ ਹੈ ਨਾ, ਉਹ ਰੱਬੀ ਗੁਣ ਹੁੰਦੇ ਨੇ। ਕੋਈ ਵੀ ਮਾਂ ਆਪਣੇ ਬੱਚੇ ਨੂੰ ਕੁਰਾਏ ਨਹੀਂ ਪਾਉਂਦੀ ਹੈ। ਹਰ ਮਾਂ ਚਾਹੁੰਦੀ ਹੈ ਮੇਰਾ ਬੱਚਾ ਚੰਗਾ ਬਣੇ, ਕੋਈ ਮਾਂ ਨਹੀਂ ਚਾਹੁੰਦੀ ਹੈ ਮੇਰਾ ਬੱਚਾ ਸ਼ੈਤਾਨ ਬਣੇ। ਸੋ ਮਾਂ ਸਿੱਧੇ ਰਾਹ ਪਾਉਂਦੀ ਹੈ, ਅਤੇ ਜਦੋਂ ਤੱਕ ਮਾਂ ਆਪਣੇ ਆਖਰੀ ਸਵਾਸ ਤੱਕ ਰਹਿੰਦੀ ਹੈ ਤਾਂ ਤੱਕ ਬੱਚੇ ਨੂੰ ਸਿੱਧੇ ਰਾਹ ਪਾਉਣ ਵਾਲੇ ਪਾਸੇ ਪਾਈ ਰੱਖਦੀ ਹੈ। ਇੰਝ ਹੀ ਜਦੋਂ ਅਸੀਂ ਰੱਬ ਜੀ ਦੇ ਬਾਰਕ ਹਰਜਨ ਬਣ ਜਾਂਦੇ ਹਾਂ, ਰੱਬ ਜੀ ਸਾਨੂੰ ਸਿੱਧਾ ਰਾਹ ਸਮਝਾਉਂਦੇ ਜਾਂਦੇ ਨੇ। ਰੱਬ ਜੀ ਸਾਨੂੰ ਨਹੀਂ ਕਹਿੰਦੇ ਨੇ ਕਿ ਅਸੀਂ ਹਿੰਦੂ ਮੁਸਲਮਾਨ ਸਿੱਖ ਈਸਾਈ ਵਿਤਕਰਾ ਕਰਨਾ ਹੈ। ਰੱਬ ਜੀ ਸਾਨੂੰ ਨਹੀਂ ਕਹਿੰਦੇ ਨੇ ਊਂਚ ਔਰ ਨੀਚ ਜ਼ਾਤ ਦਾ ਵਿਤਕਰਾ ਕਰਨਾ ਹੈ। ਰੱਬ ਜੀ ਸਾਨੂੰ ਨਹੀਂ ਕਹਿੰਦੇ ਨੇ ਪੋਲੀਟਿਕਸ ਦੇ ਕਾਰਨ ਲੋਕਾਂ ਨਾਲ ਨਫ਼ਰਤ ਕਰਨੀ ਹੈ। ਰੱਬ ਜੀ ਸਾਨੂੰ ਨਹੀਂ ਕਹਿੰਦੇ ਨੇ ਕਿ ਗੁਰਦੁਆਰੇ ਅੰਦਰ ਦੋ ਕਮੇਟੀਆਂ ਬਣਾ ਕੇ ਇੱਕ ਕਮੇਟੀ ਦੂਸਰੀ ਕਮੇਟੀ ਦੀ ਨਿੰਦਾ ਕਰਦੀ ਰਹੇ ਔਰ ਸ਼ਰਾਬਾਂ ਵਰਤਾ ਕੇ ਆਪਣੀਆਂ ਵੋਟਾਂ ਲੈਂਦੀ ਰਹੇ। ਰੱਬ ਜੀ ਸਾਨੂੰ ਇਸ ਕਿਸਮ ਦੀ ਕੋਈ ਵੀ ਗੱਲ ਨਹੀਂ ਸਿਖਾਉਂਦੇ ਨੇ। ਇਸ ਕਰਕੇ ਮਤ ਭੁਲੇਖਾ ਖਾਣਾ ਕਿ ਫਲਾਣਾ ਗੁਰਦੁਆਰੇ ਜਾ ਕੇ ਭੈੜ ਸਿੱਖ ਕੇ ਆਇਆ। ਬੜੇ ਲੋਕ ਇਹ ਕਹਿੰਦੇ ਨੇ ਗੁਰਦੁਆਰੇ ਜਾਣ ਦਾ ਕੀ ਫਾਇਦਾ, ਕਿ ਉੱਥੋਂ ਸਿੱਖ ਕੇ ਆਇਆ। ਨੋ, ਗੁਰਦੁਆਰਾ ਨਹੀਂ ਸਿਖਾਉਂਦਾ। ਗੁਰਦੁਆਰਾ ਤਾਂ ਚਾਰ ਦੀਵਾਰਾਂ ਦਾ ਹੈ, ਪਰ ਗੁਰਦੁਆਰੇ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਅਭੁੱਲ ਗੁਰੂ ਕਰਤਾਰ ਵਾਲੀ ਸੁਮਤ ਬਖਸ਼ੀ ਜਾਂਦੀ ਹੈ, ਵਿਵੇਕ ਬੁੱਧੀ ਬਖਸ਼ੀ ਜਾਂਦੀ ਹੈ। ਇਹ ਗੱਲ ਵੱਖਰੀ ਹੈ ਮੈਂ ਆਪਣਾ ਮੂੰਹ ਦਾ ਭਾਂਡਾ ਲੈ ਕੇ ਆਵਾਂ, ਉਹਦੇ 'ਚ ਵਸਤ ਪੈਣ ਨਹੀਂ ਦਿੰਦਾ। ਸੋ ਜਦੋਂ ਮੈਂ ਸੁਖੀ ਹੋ ਗਿਆ ਨਾ, ਉਸ ਅਵਸਥਾ ਦੀ ਗੱਲ ਚੱਲ ਰਹੀ ਹੈ। ਭੁੱਲੇ ਮਾਰਗ ਮੈਂ ਭੁੱਲਦਾ ਸੀ, ਭੁੱਲੇ ਮਾਰਗਾਂ 'ਤੇ ਟੁੱਟਦਾ ਰਹਿੰਦਾ ਸੀ। ਭੁੱਲੇ ਮਾਰਗ ਜਿਹਨੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ। ਜੋ ਜੋ ਮੈਨੂੰ ਮੈਥਡ ਤਰੀਕਾ ਸਮਝਾਇਆ ਮੈਂ ਉਸ 'ਤੇ ਟੁਰਿਆ, ਮੇਰੇ ਵੱਡੇ ਭਾਗ ਬਣ ਗਏ। ਮੈਨੂੰ ਗੁਰ ਤਰੀਕਾ ਮੈਥਡ ਸਤਿਗੁਰ ਮਿਲ ਗਿਆ, ਰੱਬ ਮਿਲ ਗਿਆ। ਰੱਬ ਦੇ ਦੱਸੇ ਇੱਕ ਨਕਸ਼ੇ ਕਦਮ 'ਤੇ ਮੈਂ ਹਮੇਸ਼ਾ ਧਿਆਨ ਰੱਖਦਾ। ਬਸ ਰਹੀ ਹਿਰਦੈ ਗੁਰਚਰਨ ਪਿਆਰੇ, ਕਾਮ ਕ੍ਰੋਧ ਲੋਭ ਮੋਹ ਮਨ ਲੀਨਾ। ਮੇਰਾ ਪਾਸਟ ਟੈਂਸ ਵਿੱਚ ਗੱਲ ਕਰ ਰਹੇ ਨੇ। ਜਦੋਂ ਤੱਕ ਮੈਂ ਭੁੱਲਦਾ ਸੀ, ਸੋ ਭੁੱਲਣ ਦੇ ਸਿੰਪਟਮਸ ਦੱਸੇ ਜਾ ਰਹੇ ਨੇ। ਮੇਰਾ ਮਨ ਕਾਮਨਾ ਕਰਦਾ ਰਹਿੰਦਾ ਸੀ, ਕ੍ਰੋਧ ਵਿੱਚ ਰਹਿੰਦਾ ਸੀ, ਲੋਭੀ ਰਹਿੰਦਾ ਸੀ, ਮੋਹ ਵਿੱਚ ਰਹਿੰਦਾ ਸੀ। ਇੱਕ ਗੱਲ ਹੋਰ ਯਾਦ ਰੱਖਣੀ ਹੈ, ਉਚਾਰਨ ਕਰਨ ਵੇਲੇ ਕਾਮ ਕ੍ਰੋਧ ਲੋਭ ਮੋਹੇ ਮਨ ਲੀਨਾ ਨਹੀਂ ਉਚਾਰਨ ਕਰਨਾ। ਇੱਥੇ ਮੋਹ ਦੇ ਹਾਹੇ ਨੂੰ ਸਿਆਰੀ ਹੈ, ਉਹ ਅਟੈਚਮੈਂਟ ਬਾਰੇ ਚੱਲ ਰਿਹਾ। ਅਵਗੁਣਾ ਦੇ ਨਾਲ ਅਟੈਚਮੈਂਟ, ਭੈੜੀ ਮੱਤ ਦੇ ਨਾਲ ਅਟੈਚਮੈਂਟ। ਸੋ ਮੋਹੇ ਨਹੀਂ ਉਚਾਰਨ ਕਰਨਾ, ਮੋਹ ਉਚਾਰਨ ਕਰਨਾ ਹੈ। ਅਸੀਂ ਮੋਹੇ ਤਾਂ ਉਚਾਰਨ ਕਰਨਾ ਜਦੋਂ ਮੈਂ ਮੇਰੇ ਬਾਰੇ ਗੱਲ ਚੱਲ ਰਹੀ ਹੋਏ, ਤਾਂ ਅਸੀਂ ਮੋਹੇ ਉਚਾਰਨ ਕਰਾਂਗੇ। ਲੇਕਿਨ ਕੌਂਟੈਕਸਟ ਦੇ ਅੰਦਰ ਕਾਮ ਦੇ ਮਾਂ ਨੂੰ ਸਿਆਰੀ, ਕ੍ਰੋਧ ਦੇ ਧੱਦੇ ਨੂੰ ਸਿਆਰੀ, ਲੋਭ ਦੇ ਭੱਬੇ ਨੂੰ ਸਿਆਰੀ, ਮੋਹ ਦੇ ਹਾਹੇ ਨੂੰ ਸਿਆਰੀ। ਇਹ ਚਾਰੋਂ ਸਿੰਪਟਮਸ ਦੱਸੇ ਜਾ ਰਹੇ ਨੇ। ਇਹਨਾਂ ਵਿੱਚ ਮੇਰਾ ਮਨ ਲੀਨ ਰਹਿੰਦਾ ਸੀ ਤਾਂ ਮੈਂ ਭੁੱਲਦਾ ਰਹਿੰਦਾ ਸੀ। ਸੋ ਭੁੱਲਣ ਦੇ ਅਵਗੁਣ ਦੱਸ ਰਹੇ ਨੇ। ਡਿਜ਼ਾਇਰਸ ਹੋਣਾ, ਕਾਮਨਾਵਾਂ ਕਰਦੇ ਰਹਿਣਾ, ਇੱਕ ਮੁੱਠ ਚੁੱਕ ਦੂਜੀ ਤਿਆਰ, ਇੱਕ ਮੁੱਠ ਚੁੱਕ ਦੂਜੀ ਤਿਆਰ, ਦਿਨ ਰਾਤ ਮੰਗਾ ਮੰਗਦੇ ਰਹਿਣਾ। ਤੁਸੀਂ ਕਦੇ ਵੀ ਦੇਖ ਲਵੋ, ਸਾਡੇ ਘਰਾਂ ਦੇ ਵਿਚਕਾਰ ਇੱਕ ਦੂਜੇ ਦੇ ਨਾਲ ਸਾਡੀਆਂ ਮਨ ਮੁਟਾਵ ਇਸ ਕਰਕੇ ਜ਼ਿੱਦਾਂ, ਡਿਜ਼ਾਇਰਸ, ਮੰਗਾਂ, ਐਕਸਪੈਕਟੇਸ਼ਨਸ ਰਹਿੰਦੀਆਂ ਨੇ। ਉਹਨੂੰ ਕਾਮ ਕਹਿੰਦੇ ਨੇ। ਦਿਨ ਰਾਤ ਕ੍ਰੋਧ ਕਰਦੇ ਰਹਿਣਾ, ਦਿਨ ਰਾਤ ਲੋਭੀ ਰਹਿਣਾ, ਦਿਨ ਰਾਤ ਮੋਹ ਭੈੜੀ ਆਦਤਾਂ ਨਾਲ ਅਟੈਚ ਰਹਿਣਾ। ਇਹਨਾਂ ਵਿੱਚ ਮੇਰਾ ਮਨ ਰਹਿੰਦਾ ਸੀ ਜੋ ਮੈਂ ਭੁੱਲਦਾ ਸੀ। ਬੰਧਨ ਕਾਟ ਮੁਕਤ ਗੁਰ ਕੀਨਾ, ਗੁਰ ਦੇ ਰਾਰੇ ਨੂੰ ਸਿਆਰੀ ਹੈ। ਗੁਰੂ ਨੇ ਮੈਨੂੰ ਮੈਥਡ ਸਿਖਾਇਆ, ਇਹ ਬੰਧਨ ਕੱਟ ਦੇ, ਇਹ ਕੁਰਾਏ ਪਾਉਣ ਵਾਲੇ ਰਸਤੇ ਨੇ, ਭੁਲਾਉਂਦੇ ਨੇ। ਮੇਰੇ ਨਾਲ ਇੱਕ ਬੰਦੇ ਦੀ ਗੱਲ ਹੋਈ, ਮੈਨੂੰ ਕਹਿੰਦਾ ਵੀਰ ਜੀ ਸਾਡੇ ਘਰ ਆਉਣਾ। ਮੈਂ ਕਿਹਾ ਅੱਛਾ ਮੈਂ ਆਵਾਂਗਾ। ਕਹਿੰਦਾ ਇੱਕ ਗੱਲ ਦੱਸਾਂ, ਸਾਡੇ ਘਰ ਨਾ ਪਾਰਟੀ ਹੈ। ਮੈਂ ਕਿਹਾ ਅੱਛਾ।
ਤਾਂ ਤੁਸੀਂ ਆਪਣੇ ਘਰ ਪਾਰਟੀ ਤੇ ਸ਼ਰਾਬ ਤਾਂ ਨਹੀਂ ਵਰਤਾਓਗੇ। ਨਹੀਂ 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 ਵੀਰ ਜੀ, ਮੈਂ ਨਹੀਂ ਪੀਂਦਾ, ਨਹੀਂ ਨਹੀਂ ਮੈਂ ਨਹੀਂ ਪੀਂਦਾ। ਪਰ ਜਿਹੜੇ ਘਰ ਆ ਜਾਣਗੇ ਉਹ ਆਪਣੀ ਲੈ ਆਣਗੇ, ਫਿਰ ਕੀ ਇੱਜ਼ਤ ਰਹੇਗੀ। ਇਸ ਕਰਕੇ ਅਸੀਂ ਉਹਨਾਂ ਵਾਸਤੇ ਸੈਪਰੇਟ ਟੇਬਲ ਲਗਾ ਦਿੱਤਾ। ਮੈਂ ਨਹੀਂ ਪੀਂਦਾ ਵੀਰ ਜੀ, ਮੈਂ ਨਹੀਂ ਪੀਂਦਾ, ਸਾਡੇ ਘਰ ਵਾਲੇ ਨਹੀਂ ਪੀਂਦੇ। ਨਹੀਂ, ਅਸੀਂ ਪੀਂਦੇ ਨਹੀਂ ਹਾਂ। ਆਪ ਜਸਟੀਫਾਈ ਕਰੀ ਜਾ ਰਿਹਾ ਹੈ, आप इस गल का मान लैके गिट गिट उच्चा हो जा रहा। हम नहीं पीते हैं पर पिलाते हैं। साथ संगत जी, अगर पिलाते हैं ना, तब पिलाते की आदत एक पार्टी में पड़ जाएगी, फिर पिलाने वालों की पार्टी में जाने की आदत पड़ जाएगी, भुलते जावांगे। फिर इस तो बाद तीजी एक और आदत की पै जाएगी, जदों साडे घर विआह शादी कोई होएगी, साडे घर जदों कोई धीआ पुत्तर होएगा, ਤਾਂ ਫਿਰ ਵੀ ਕਰਾਂਗੇ, ਪੀਵਾਂਗੇ ਨਹੀਂ, ਪਿਲਾਵਾਂਗੇ। ਇਹਦਾ ਮਤਲਬ ਅਸੀਂ ਉਹ ਪੀਣ ਵਾਲੇ ਲੋਕਾਂ ਦੇ ਨਾਲ ਲਿੰਕ ਰੱਖਣਾ ਚਾਹੁੰਦੇ ਹਾਂ। ਮੈਂ ਨਹੀਂ ਪੀਂਦਾ ਪਰ ਪਿਲਾਉਂਦੇ ਹਾਂ, ਤੇ ਜੇ ਪਿਲਾਵਾਂਗੇ ਤਾਂ ਪਿਲਾਉਣ ਵਾਲਿਆਂ ਨਾਲ ਲਿੰਕ ਰਹੇਗਾ। ਜਿਨ੍ਹਾਂ ਨਾਲ ਲਿੰਕ ਰਹੇਗਾ ਉਹ ਕਾਮ ਕ੍ਰੋਧ ਲੋਭ ਮੋਹ ਮਾਲੀਨਾ ਵਾਲੇ ਹੋਣਗੇ, ਉਹ ਸਾਨੂੰ ਵੀ ਭੁਲਾਉਣਗੇ। ਫਿਰ ਅਸੀਂ ਵਿਆਹ ਸ਼ਾਦੀ ਤੋਂ ਲੈ ਕੇ ਦੁਨੀਆ ਭਰ ਦੇ ਜਿਤਨੇ ਰੀਤ ਰਿਵਾਜ ਕਰਾਂਗੇ ਉਹਨਾਂ ਦੇ ਸ਼ੋਅ ਆਫ ਔਰ ਪੰਪ ਐਂਡ ਸ਼ੋਅ ਕਰਦੇ ਰਹਿ ਜਾਵਾਂਗੇ। ਬਿਲਕੁਲ ਇੰਝ ਹੀ ਤੇ ਹੋਇਆ। ਇਸੀ ਕਿਸਮ ਦੇ ਲੋਕ ਤੇ ਪ੍ਰਬੰਧਕ ਬਣਦੇ ਨੇ। ਇਸ ਕਰਕੇ ਸਭ ਜਗ੍ਹਾ ਪ੍ਰਬੰਧਕੀ ਦੀ ਸੀਟਾਂ ਲੈਣ ਵਾਸਤੇ ਉਹ ਸ਼ਰਾਬ ਦੀਆਂ ਬੋਤਲਾਂ ਵਰਤਾਉਂਦੇ ਨੇ, ਅਸੀਂ ਵੀ ਵਰਤਾਉਂਦੇ ਹਾਂ। ਉਹ ਵੋਟਾਂ ਜਿੱਤ ਜਾਂਦੇ ਨੇ, ਅਸੀਂ ਵੀ ਜਿੱਤ ਜਾਂਦੇ ਹਾਂ। ਤਾਂ ਹੀ ਤੇ ਆਦਤਾਂ ਪੈਂਦੀ ਆ, ਤਾਂ ਹੀ ਤੇ ਭੁੱਲਦੇ ਹਾਂ। ਬੰਧਨ ਕੱਟਣੇ ਪੈਣਗੇ। नो नो, हम शराब बांटते ही नहीं है। बंधन कट दिता। अब इस बंधन के नाल पता की होएगा, इस रस्सी दे पिछे जिहड़ा बैग है ना, इस बैग के अंदर वो सारे बंदे ने जिहड़े शराब पींदे सी, वो कहेंगे यार उनके घर पार्टी में क्या जाना है, यार वो तो शराब ही नहीं बांटते, उनके शराब मैरिज में क्या जाना है, वो तो शराब ही नहीं बांटेंगे। बंधन कट्टिया गया। वो ये बंधन इत्थों रस्सी दा कट्टिया, वो इस थैली समेत गायब हो गए। बंधन काट मुकत गुर कीना। मनु मैथड समझाया, ये अवगुणा के रस्ते भुल्लण वाले होंदे ने, कोल बच के रह। दुख सुख करत जन्म फुन मुआ। मैं दिन रात सुख दुख चंगा मंदा इस आदत विच पिया रहिंदा सी, दिन रात जमदा मरदा रहिंदा सी। दुख सुख करत जन्म, जन्म दे मां नूं सिहारी है, जन्म दे विच इसे जन्म दे विच मैं बार बार दिन रात जमदा मरदा रहिंदा सी। ओनू की कह रहे ने शब्द विच, भुल्लना। दुख सुख करत जन्म फुन मुआ, चरण कमल गुर आश्रम दिया। मैं भटकदा रहिंदा सी, मनु ने सच दा मार्ग दस दिता, मनु अपने नक्शे कदम ते चला लिया। चरण कमल गुर आश्रम दीना दे नाल एक दिया। इस दे नाल एक पॉइंट होर याद कर लीए, जदों साडे घरां दे विचकार कोई मनुख चढ़ाई कर जांदा है, तां असीं इत्थे गुरु ग्रंथ साहिब दे सामने खड़े होके कहंदे आ, इस विछड़ी होई रूह नूं चरनां च निवास बख्शना। कई जगह भाई साहब जी नाल गल कीती तां भाई साहब जी कहंदे जे असीं इंज कवांगे नहीं, घर वाले पैसे नहीं देणगे। कई भाई साहब जी पैसे वास्ते नहीं करते ने, सारे भाई साहब जी तो पैसे वास्ते बिजनेस नहीं करते ने, कई ईमानदार भी होंदे ने, पर वो कहंदे ने नहीं, संगतां जाके प्रबंधकां नूं कह दिंदियां ने सानूं नौकरी तो कढ देणगे। कई आके साडा कंन फड़ लैंदे ने, तुसीं भाई साहब जी क्यों नहीं किहा चरनां विच निवास बख्शना। पर साध संगत जी, सानूं जींदे जी सिखाया चरण चलो मार्ग गोबिंद। जींदे जी जदों असीं सच दे मार्ग ते टुरदे हां, ओनू गुरु के चरण जी का निस्तारा कहंदे ने। मरण तो बाद ते कोई रब होंदा ही नहीं, मरण तो बाद ते कोई चरनां निवास की गल चल ही नहीं रही। ये साडा पाखंड होएगा कि मैं सारी उम्र मनमत करता रहां और जिस दिन मैं मर जावां उस दिन मैं भाई साहब जी के हाथ 1100 रुपये पकड़ा दें और इत्थे खड़े होकर कह दें, ओ गुरमुख जन्म सवार दरगाह चलिया। ये तो साडी मनमत है ना, साडा पाखंड है ना। सो असीं कदी भी नहीं कहांगे चरनां च निवास बख्शना, क्योंकि जींदे जी चरनां ते टुरीदा, उन्हां नूं चरनां च निवास कहंदे ने। सो चरण कमल गुर आश्रम दीना। आश्रम दीना मीनस टिका दिता, भटकना खत्म हो गई। ਉਹਨੂੰ ਕਹਿੰਦੇ ਨੇ ਸੁਖਮਨੀ ਸੁਖ ਅੰਮ੍ਰਿਤ ਪਬ ਨਾਮ, ਭਗਤ ਜਨਾਂ ਕੇ ਮਨ ਵਿਸ਼ਰਾਮ। ਭਗਤ ਜਨਾਂ ਕੀ ਹੁੰਦਾ, ਜੋ ਚੰਗੇ ਗੁਣਾਂ ਨਾਲ ਜੀਂਦੇ ਹਨ ਉਹ ਟਿਕ ਜਾਂਦੇ ਹਨ। ਅਗਨ ਸਾਗਰ ਬੂਢਤ ਸੰਸਾਰਾ। ਮੈਂ ਭਟਕਦਾ ਸੀ, ਮੈਂ ਭੁੱਲਦਾ ਸੀ, ਮੈਂ ਹੰਕਾਰ ਦੀ ਅਗਨੀ ਵਿੱਚ ਸੜਦਾ ਸੀ, ਡੁੱਬਦਾ ਸੀ ਆਪਣੇ ਸੋਚਣੀ ਦੇ ਖਿਆਲਾਂ ਦੇ ਸੰਸਾਰ ਵਿੱਚ। ਨਾਨਕ ਬਾਹ ਪਕੜ ਸਤਿਗੁਰ ਨਿਸਤਾਰਾ। ਮੈਨੂੰ ਸਤਿਗੁਰ ਨੇ ਭੁੱਲਣ ਤੋਂ ਬਚਾ ਲਿਆ।
ਮਾਨੋ ਮੇਰੀ ਬਾਹ ਪਕੜ ਲਈ, ਮਾਨੋ ਮੈਨੂੰ ਸਿੱਧੇ ਰਾਹ 'ਤੇ ਟੋਰ ਲਿਆ। ਇਸ ਤਰੀਕੇ ਦੇ ਨਾਲ ਅਸੀਂ ਗੁਰਬਾਣੀ 'ਚੋਂ ਜਦੋਂ ਸ਼ਬਦਾਂ ਨੂੰ ਸਮਝਦੇ ਹਾਂ, ਉਹ ਉਸ ਦੇ ਕੰਟੈਕਸਟ ਨੂੰ ਸਮਝਦੇ ਹਾਂ, ਉਹਦੀਆਂ ਟਰਮਸ ਨੂੰ ਸਮਝਦੇ ਹਾਂ, ਤਾਂ ਸਾਡੇ ਬੜੇ ਸਾਰੇ ਭੁਲੇਖੇ ਭਰਮ ਲੱਥਦੇ ਹਨ ਔਰ ਸਾਨੂੰ ਬਾਣੀ ਦੇ ਰਸਤੇ 'ਤੇ ਟੁਰਨ ਦੀ ਜਾਚ ਸੁਭਾਅ ਬਣਦਾ ਜਾਂਦਾ ਹੈ। ਸੋ ਡੇ ਬਾਈ ਡੇ ਵੀ ਆਰ ਇੰਸਪਾਇਰਡ ਟੂ ਵਾਕ ਔਨ ਦਾ ਰਾਈਟ ਪਾਥ। ਜੇ ਅਸੀਂ ਗੁਰੂ ਕਿਸੇ ਨੂੰ ਸਰੀਰਕ ਸਮਝਦੇ ਰਹੇ ਤਾਂ ਫਿਰ ਅਸੀਂ ਉਹਦਾ ਕੰਡਕਟ ਵੀ ਲੱਭਦੇ ਰਹਾਂਗੇ। ਕੰਡਕਟ 'ਚੋਂ ਕਿਸੇ ਦੇ ਕੋਈ ਨਾ ਕੋਈ ਅਵਗੁਣ ਲੱਭ ਜਾਏਗਾ। ਅਸੀਂ ਮੰਨਣਾ ਹੈ ਕਿ ਰੱਬ ਅਤੇ ਗੁਰੂ ਸ਼ਬਦ ਗੁਰੂ ਹੁੰਦਾ ਹੈ ਔਰ ਸ਼ਬਦ ਗੁਰੂ ਦਾ ਰਸਤਾ ਪਰਫੈਕਟ ਹੁੰਦਾ ਹੈ, ਉਹ ਕਦੇ ਵੀ ਭੁਲਾਉਂਦਾ ਨਹੀਂ ਹੈ। ਅਸੀਂ ਸ਼ਬਦ ਗੁਰੂ ਦੇ ਰਸਤੇ ਚੱਲਦੇ ਹਾਂ, ਚਰਨ ਕਮਲ ਗੁਰੂ ਆਸ਼ਰਮ ਦੀਨਾ ਭੁੱਲਦੇ ਨਹੀਂ ਹਾਂ, ਤਾਂ ਮਾਨੋ ਭਟਕਦੇ ਨਹੀਂ ਹਾਂ।